ਹਾਂਜੀ, ਫਿਲਮ ਵਾਰਤਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਅਦਬ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਖੁਸ਼ਮਿੰਦਰ ਆਪ ਸਭ ਦਾ ਆਪਣੇ ਚੈਨਲ ਫਿਲਮ ਵਾਰਤਾ 'ਤੇ ਸਵਾਗਤ ਕਰਦੀ ਹਾਂ। ਦੋਸਤੋ, ਤੁਸੀਂ ਮੇਰੇ ਚੈਨਲ ਤੋਂ ਬਹੁਤ ਸਾਰੇ ਨਾਮਚੀਨ ਕਲਾਕਾਰਾਂ ਦੇ ਨਾਲ, ਫਿਲਮੀ ਹਸਤੀਆਂ ਦੇ ਨਾਲ ਵੱਖ-ਵੱਖ ਸਮੇਂ ਰੂਬਰੂ ਹੁੰਦੇ ਰਹੇ ਹੋ, ਪਰ ਤਾਲਾਬੰਦੀ ਦੇ ਸਮੇਂ ਦੌਰਾਨ ਆਪਾਂ ਕੋਈ ਵੀ ਵੀਡੀਓ ਜਿਹੜੀ ਆ ਉਹ ਕਿਸੇ ਵੀ ਨਾਲ ਕੀਤੀ ਗੁਫ਼ਤਗੂ ਜਿਹੜੀ ਆ ਉਹ ਅਸੀਂ ਸ਼ੇਅਰ ਨਹੀਂ ਕਰ ਪਾਏ ਚੈਨਲ ਤੋਂ। ਸੋ ਹੁਣ ਇਹ ਸਿਲਸਿਲਾ ਮੈਂ ਦੁਬਾਰਾ ਤੋਂ ਸ਼ੁਰੂ ਕਰਨ ਜਾ ਰਹੀ ਹਾਂ। ਸੋ ਕੱਲ੍ਹ ਮੈਂ ਤੁਹਾਨੂੰ ਲੈ ਕੇ ਜਾਊਂਗੀ ਜੀ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ 'ਚ, ਜਿੱਥੇ ਤੁਸੀਂ ਮੇਰੇ ਨਾਲ ਲੁਧਿਆਣਾ ਸਿਟੀ ਤੋਂ ਕਰਤਾਰਪੁਰ ਤੱਕ ਜੁੜੇ ਰਹੋਗੇ ਇੱਕ ਵਲੌਗ ਦੇ ਜ਼ਰੀਏ। ਇੱਕ ਵਲੌਗ ਜ਼ਰੀਏ ਆਪਾਂ ਆਪਣੀ ਜਰਨੀ ਦੁਬਾਰਾ ਤੋਂ ਸ਼ੁਰੂ ਕਰਾਂਗੇ। ਸੋ ਤੁਹਾਡੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਵੀ ਉਹਦੇ ਵਿੱਚ ਹੋਣਗੇ ਕਿ ਕਿਵੇਂ ਕਰਤਾਰਪੁਰ ਜਾਇਆ ਜਾਏ, ਉੱਥੇ ਜਾਣ ਦੇ ਲਈ ਕਿਸ ਤਰ੍ਹਾਂ ਦੀਆਂ ਇੰਸਟਰਕਸ਼ਨਸ ਨੇ, ਕੀ ਜਿਹੜੀਆਂ ਰਿਕੁਆਇਰਮੈਂਟਸ ਨੇ, ਉਹ ਸਾਰਾ ਕੁਝ ਮੈਂ ਤੁਹਾਡੇ ਨਾਲ ਸਫ਼ਰ ਦੇ ਦੌਰਾਨ ਹੀ ਸਾਂਝਾ ਕਰਾਂਗੀ ਅਤੇ ਤੁਸੀਂ ਮੇਰੇ ਨਾਲ ਜੁੜੇ ਰਹੋ। ਤੁਹਾਡੇ ਤਕਰੀਬਨ ਬਹੁਤ ਸਾਰੇ ਸਵਾਲਾਂ ਦੇ ਜਵਾਬ ਵੀ ਮਿਲਣਗੇ। ਅਤੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਪਹਿਲਾਂ ਦੱਸ ਦਿੰਦੀ ਹਾਂ ਕਿ ਉੱਥੇ 7 ਕਿਲੋ ਵੇਟ ਜਿਹੜਾ ਅਲਾਊਡ ਹੈ ਉਹ ਆਪਾਂ ਨਾਲ ਲਿਜਾ ਸਕਦੇ ਹਾਂ। ਅਤੇ ਕਾफ़ੀ ਚੀਜ਼ਾਂ ਜਿਹੜੀਆਂ ਨੇ ਪਾਕਿਸਤਾਨ ਦੇ ਵਿੱਚ, ਮੇਰੀ ਬਹੁਤ ਸਾਰੇ ਲੋਕਾਂ ਦੇ ਨਾਲ ਗੱਲਾਂ ਹੁੰਦੀਆਂ ਰਹਿੰਦੀਆਂ ਨੇ। ਪਾਕਿਸਤਾਨ ਦੇ ਵਿੱਚ ਮੇਰੇ ਕਾफ़ੀ ਰਿਸਰਚ ਸਕਾਲਰ ਫਰੈਂਡਸ ਨੇ ਅਤੇ ਉਹ ਮੈਨੂੰ ਦੱਸਦੇ ਵੀ ਹੁੰਦੇ ਆ ਕਿ ਉੱਥੇ ਕਈ ਚੀਜ਼ਾਂ ਬੜੀਆਂ ਮਹਿੰਗੀਆਂ ਨੇ। ਸੋ ਸਾਡੇ ਨਾਲ ਜੋ ਕਈ ਦੋਸਤ ਮਿੱਤਰ ਜਿਹੜੇ ਆਲੇ ਦੁਆਲੇ ਤੋਂ ਹੋਰਾਂ ਸਿਟੀਜ਼ ਤੋਂ ਜਾ ਰਹੇ ਨੇ, ਸੋ ਤੁਸੀਂ ਗੁਰਦੁਆਰਾ ਸਾਹਿਬ ਦਰਸ਼ਨ ਕਰਨਗੇ, ਨਾਲ ਕੁਝ ਰਸਦਾਂ ਵੀ ਲਿਜਾ ਸਕਦੇ ਹੋ ਕਿਉਂਕਿ 7 ਕਿਲੋ ਵੇਟ ਅਲਾਊਡ ਹੈ। ਸੋ ਬਾਕੀ ਦੀਆਂ ਗੱਲਾਂ ਮੈਂ ਤੁਹਾਡੇ ਨਾਲ ਕੱਲ੍ਹ ਸਾਂਝੀਆਂ ਕਰਾਂਗੀ। ਕਿੱਦਾਂ ETS ਸਰਟੀਫਿਕੇਟ ਕੀ ਹੈ ਅਤੇ ਕਿਸ ਤਰ੍ਹਾਂ ਤੁਸੀਂ ਆਪਣੀ ਪਾਸਪੋਰਟ ਨੂੰ ਨਾਲ ਰੱਖਣਾ ਹੈ ਅਤੇ ਕਿੱਦਾਂ ਅਪਲਾਈ ਕਰਨਾ, ਕਿੰਨੇ ਟਾਈਮ ਦੇ ਵਿੱਚ ਇਹ ਸਾਰਾ ਪ੍ਰੋਸੈਸ ਜਿਹੜਾ ਕੰਪਲੀਟ ਹੋ ਜਾਂਦਾ। ਸੋ ਬਾਕੀ ਦੀਆਂ ਗੱਲਾਂ ਆਪਾਂ ਕਰਾਂਗੇ ਕੱਲ੍ਹ ਆਪਣੇ ਵਲੌਗ। ਆਪਾਂ ਸਫ਼ਰ ਜਿਹੜਾ ਉਹ ਸ਼ੁਰੂ ਕਰਨ ਲੱਗੇ ਹਾਂ ਅਤੇ ਬੈਠ ਕੇ ਆਪਾਂ ਗੱਡੀ 'ਚ। ਅਤੇ ਇਹ ਹੈਗਾ ਜੀ ਡਿਸਟ੍ਰਿਕਟ ਲੁਧਿਆਣਾ ਦਾ ਪਿੰਡ ਮੁੱਲਾਪੁਰ ਦਾਖਾ, ਕਾਲਜ ਰੋਡ ਤੋਂ ਆਪਾਂ ਜਾਵਾਂਗੇ ਅੱਜ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ, ਜਿਹੜਾ ਕਿ ਹੁਣ ਗੁਰਦੁਆਰਾ ਸਾਹਿਬ ਪਾਕਿਸਤਾਨ ਦੇ ਵਿੱਚ ਹੈ। ਅਤੇ ਅੱਜ ਦੀ ਜਿਹੜੀ ਜਰਨੀ ਹੈ, ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, ਲੁਧਿਆਣਾ ਤੋਂ ਕਰਤਾਰਪੁਰ ਦੀ ਹੈ। ਅਤੇ ਇਹਦੇ ਵਿੱਚ ਆਪਾਂ ਥੋੜ੍ਹੀਆਂ ਬਹੁਤ ਗੱਲਾਂ ਬਾਤਾਂ ਜਿਹੜੀਆਂ ਉਹ ਕਰਦੇ ਜਾਵਾਂਗੇ ਨਾਲ ਦੀ ਨਾਲ। ਸੋ ਅਸੀਂ ਲੁਧਿਆਣੇ ਤੋਂ 18 ਕਿਲੋਮੀਟਰ ਹੈਗੇ ਹਾਂ ਦੂਰ। ਅਤੇ ਲੁਧਿਆਣਾ ਜਿਹੜਾ ਹੈਗਾ, ਅਸੀਂ ਉਹਨੂੰ ਬਾਈਪਾਸ ਪਹੁੰਚਣ ਦੇ ਲਈ ਲਾਡੋਵਾਲ ਹੰਬੜਾ ਰੋਡ ਤੋਂ ਜਾ ਰਹੇ ਹਾਂ। ਸਿਟੀ ਲੁਧਿਆਣਾ 'ਚੋਂ ਨਹੀਂ ਜਾ ਰਹੇ ਕਿਉਂਕਿ ਇੱਥੋਂ ਬਿਲਕੁਲ ਨੇੜੇ ਹੀ ਇੱਕ ਲਾਡੋਵਾਲ ਜਾਣ ਦੇ ਲਈ, ਲਾਡੋਵਾਲ ਟੋਲ ਪਲਾਜ਼ਾ 'ਤੇ ਜਾਣ ਦੇ ਲਈ ਇੱਥੋਂ ਇੱਕ ਸ਼ਾਰਟਕਟ ਹੈਗਾ ਪਿੰਡ ਹੰਬੜਾ ਦੇ ਵਿੱਚ ਦੀ, ਈਸੇਵਾਲ ਨਹਿਰ ਤੋਂ ਬੇਟ ਏਰੀਏ ਵਿੱਚ ਦੀ। ਅਤੇ ਉੱਥੋਂ ਆਪਾਂ ਪਹੁੰਚਦੇ ਹੈਗੇ ਹਾਂ ਅਤੇ ਨਾਲ ਨਾਲ ਤੁਹਾਡੇ ਨਾਲ ਜ਼ਿਕਰ ਕਰਦੇ ਜਾਵਾਂਗੇ ਹੋਰ ਸਫ਼ਰ ਦਾ, ਕਰਤਾਰਪੁਰ ਸਾਹਿਬ ਬਾਰੇ ਵੀ, ਕਿ ਕਿੱਦਾਂ ਉੱਥੇ ਜਾਇਆ ਜਾਂਦਾ ਹੈ ਅਤੇ ਕੀ ਕੀ ਜਿਹੜੀਆਂ ਫੋਰਮੈਲਿਟੀਜ਼ ਨੇ, ਇੰਸਟਰਕਸ਼ਨਸ ਫੋਲੋ ਕਰਨੀਆਂ ਪੈਂਦੀਆਂ ਨੇ ਉੱਥੇ ਜਾਣ ਦੇ ਲਈ, ਅਤੇ ਕਿਵੇਂ ਅਸੀਂ ਉੱਥੇ ਹੈ ਜਿਹੜਾ ਪਹੁੰਚ ਸਕਦੇ ਹਾਂ। ਤਾਂ ਬਹੁਤ ਸਾਰੇ ਲੋਕਾਂ ਦੇ ਬੜੇ ਸਵਾਲ ਹੁੰਦੇ ਨੇ ਕਿ ਪਤਾ ਨਹੀਂ ਉੱਥੇ ਲੱਗਣ ਤੋਂ ਬਾਅਦ ਸਾਡੇ ਵੀਜ਼ੇ ਕਿਸੇ ਹੋਰ ਕੰਟਰੀ ਲੱਗਣਗੇ ਜਾਂ ਨਹੀਂ। ਤਾਂ ਇਹੋ ਜਿਹੇ ਸਾਰੇ ਸਵਾਲਾਂ ਦੇ ਜਵਾਬ ਆਪਾਂ ਡਿਸਕਸ ਕਰਦੇ ਜਾਵਾਂਗੇ। ਇਹੋ ਜਿਹਾ ਕੁਛ ਨਹੀਂ ਹੈ ਕਿਉਂਕਿ ਇਹ ਸਿਰਫ ਇੱਕ ਦਿਨ ਦਾ ਕੋਰੀਡੋਰ ਰਾਹੀਂ ਆਪਾਂ ਨੂੰ ਜਾਣ ਦੀ ਇਜਾਜ਼ਤ ਮਿਲਦੀ ਹੈ। ਕਰਤਾਰਪੁਰ ਲਾਂਘਾ ਜਿਹੜਾ ਖੋਲ੍ਹਿਆ ਗਿਆ ਹੈ ਭਾਰਤ ਅਤੇ ਪਾਕਿਸਤਾਨ ਸਰਕਾਰ ਦੋਵਾਂ ਵੱਲੋਂ ਗੁਰੂ ਸਾਹਿਬ ਦੇ 500ਵੇਂ ਜਨਮ ਸ਼ਤਾਬਦੀ 'ਤੇ। ਤਾਂ ਉਹਦੇ ਵੱਲ ਜਾਣ ਦੇ ਲਈ ਆਪਾਂ ਨੂੰ ਕੀ ਇੰਸਟਰਕਸ਼ਨਸ ਫੋਲੋ ਕਰਨੀਆਂ ਨੇ? ਸਭ ਤੋਂ ਪਹਿਲਾਂ ਅਸੀਂ ਜਦੋਂ ਅਪਲਾਈ ਕਰਦੇ ਹਾਂ ਤਾਂ ਉਹਦੇ ਉੱਪਰ ਹੀ ਤਰੀਕ ਆ ਜਾਂਦੀ ਹੈ ਕਿ ਤੁਸੀਂ ਕਦੋਂ ਕੁ ਜਾ ਸਕਦੇ ਹੋ। ਪੋਸੀਬਲ ਜਿਹੜੀ ਤਰੀਕ ਹੁੰਦੀ ਹੈ ਉਹ ਉਸੇ ਵੇਲੇ ਅਵੇਲੇਬਲ ਹੋ ਜਾਂਦੀ ਹੈ ਉੱਥੇ, ਬਟ ਉਹਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਅਤੇ ਤਕਰੀਬਨ 1 ਮਹੀਨਾ ਪਹਿਲਾਂ ਅਪਲਾਈ ਕਰ ਦਈਦਾ। ਅਤੇ ਉਸ ਤੋਂ ਬਾਅਦ 7-8 ਦਿਨ ਬਾਅਦ ਤੁਹਾਡੀ ਜਿਹੜੀ ਪੁਲਿਸ ਵੈਰੀਫਿਕੇਸ਼ਨ ਹੈ ਉਹ ਆ ਜਾਂਦੀ ਹੈ। ਉਸ ਤੋਂ ਕੁਛ ਦੇਰ ਬਾਅਦ ਪੁਲਿਸ ਵੈਰੀਫਿਕੇਸ਼ਨ ਕਨਫਰਮ ਹੋਣ ਤੱਕ ਤੁਸੀਂ ਆਪਣਾ ਜੋ ਵੀ ਫੋਰਮੈਲਿਟੀਜ਼ ਹੁੰਦੀਆਂ ਨੇ ਪੁਲਿਸ ਸਟੇਸ਼ਨ ਵੱਲੋਂ ਲਈਆਂ ਜਾਂਦੀਆਂ ਉਹ ਪ੍ਰੋਵਾਈਡ ਕਰਵਾਉਣੀਆਂ ਹੁੰਦੀਆਂ ਨੇ। ਆਫਟਰ ਦੈਟ ਤੁਸੀਂ ਜਦੋਂ ਐਲੀਜੀਬਲ ਹੋ ਜਾਂਦੇ ਹੋ ਫਿਰ ਤੁਹਾਡੀ ਕਨਫਰਮੇਸ਼ਨ ਜਿਹੜੀ ਹੈ ਤੁਹਾਨੂੰ ਫੋਨ ਮੈਸੇਜ ਦੇ ਜ਼ਰੀਏ ਆ ਜਾਂਦੀ ਹੈ। ਅਤੇ ਉਸ ਤੋਂ ਬਾਅਦ ਤੁਸੀਂ ਆਪਣੀਆਂ ਨੈਕਸਟ ਜਿਹੜਾ ਪ੍ਰੋਸੈਸ ਹੈ ਉਹਦੇ ਲਈ $20 ਅਮਰੀਕਨ ਡਾਲਰ ਜਿਹੜੀ ਉਹ ਉੱਧਰ ਦੀ ਇਮੀਗ੍ਰੇਸ਼ਨ
ਟਰਮੀਨਲ 'ਤੇ ਫੀਸ ਜਿਹੜੀ ਡਿਪੋਜ਼ਿਟ ਕਰਵਾਉਣੀ ਹੁੰਦੀ ਹੈ। ਬਾਕੀ ਜੋ ਰਾਹ ਖਰਚਾ ਜਾਂ ਕੋਲ ਦੀ ਸੇਵਿੰਗ ਉਹ ਤੁਹਾਡੇ ਕੋਲ ਥੋੜ੍ਹੀ ਬਹੁਤ ਹੋਣੀ ਚਾਹੀਦੀ ਹੈ, ਥੋੜ੍ਹੀ ਕੀ ਬਹੁਤ ਹੀ ਹੋਣੀ ਚਾਹੀਦੀ ਹੈ, ਕਿਉਂਕਿ ਤੁਸੀਂ ਲੰਬੇ ਸਫ਼ਰ 'ਤੇ ਜਾ ਰਹੇ ਹੋ। ਲਗਭਗ ਲੁਧਿਆਣੇ ਤੋਂ ਇਹ ਸਾਰਾ ਸਫ਼ਰ ਜਿਹੜਾ ਹੈ 6 ਘੰਟੇ ਦਾ ਅਪਰੋਕਸੀਮੇਟਲੀ ਬਣਦਾ ਹੈ ਇੱਕ ਸਾਈਡ ਦਾ। ਹਾਂਜੀ, ਇਸ ਵਕਤ ਹੁਣ ਅਸੀਂ ਨਾਲ ਤੁਹਾਨੂੰ ਵੀ ਦੱਸ ਦਈਏ ਕਿ ਆਪਾਂ ਪਹੁੰਚ ਗਏ ਹਾਂ ਨਵਾਂ ਜਿਹੜਾ ਇਹ ਵੇਰਕਾ ਪੁਲ ਇਹਨੂੰ ਕਹਿੰਦੇ ਹੈਗੇ ਨੇ। ਇਹ ਪਿੱਛੋਂ ਲੁਧਿਆਣੇ ਸਿਟੀ 'ਚੋਂ ਵੇਰਕਾ ਬਾਈਪਾਸ ਤੋਂ ਨਿਕਲ ਜਾਂਦਾ ਹੈ। ਵੇਰਕਾ ਪੁਲ ਤੋਂ ਨਵਾਂ ਬਣਿਆ ਪੁਲ ਹੈ ਅਤੇ ਨਵਾਂ ਹੀ ਇਹਦੇ 'ਤੇ ਟੋਲ ਪਲਾਜ਼ਾ ਬਣਿਆ। ਇਸ ਤੋਂ ਠੀਕ 4-5 ਕਿਲੋਮੀਟਰ ਦੀ ਦੂਰੀ 'ਤੇ ਦੁਬਾਰਾ ਫਿਰ ਆਪਾਂ ਨੂੰ ਇੱਕ ਟੋਲ ਪਲਾਜ਼ਾ ਆਊਗਾ। ਖੈਰ ਇੱਥੇ ਅੱਜ ਕੋਈ ਟੋਲ ਲੈ ਨਹੀਂ ਰਹੇ, ਕਿਉਂਕਿ ਕਿਸਾਨੀ ਧਰਨੇ ਤੋਂ ਬਾਅਦ ਕਾਫੀ ਸ਼ਸ਼ੋਪੰਜ ਹੈ ਜੇ ਕਿ ਕਦੋਂ ਸ਼ੁਰੂ ਹੋ ਰਿਹਾ ਕਦੋਂ ਨਹੀਂ ਹੋ ਰਹੇ। ਅੱਜ ਤੇ ਨਹੀਂ ਲੈ ਰਹੇ। ਖੈਰ ਲੋ ਜੀ, ਆਪਾਂ ਹੁਣ ਹੌਲੀ ਹੌਲੀ ਪਹੁੰਚ ਗਏ ਹਾਂ ਜੀ ਲਾਡੋਵਾਲ ਟੋਲ ਪਲਾਜ਼ਾ ਤੱਕ। ਜੇ ਅਸੀਂ ਸਿਟੀ ਲੁਧਿਆਣਾ ਤੋਂ ਆਈਏ ਤਾਂ ਵੀ ਅਸੀਂ ਇੱਥੇ ਹੀ ਆਉਣਾ ਸੀ, ਪਰ ਅਸੀਂ ਹੁਣ ਪਿੰਡਾਂ ਵਿੱਚ ਦੀ ਆਏ ਹਾਂ ਅਤੇ ਸ਼ਾਰਟਕੱਟ ਹੈ ਬਾਈਪਾਸ, ਲੁਧਿਆਣਾ ਬਾਈਪਾਸ 'ਤੇ ਆਪਾਂ ਪਹੁੰਚ ਗਏ ਹਾਂ। ਇਸ ਵੇਲੇ ਥੋੜ੍ਹੀਆਂ ਬਹੁਤ ਆਪਾਂ ਗੱਲਾਂ ਕਰਦੇ ਜਾ ਰਹੇ ਹਾਂ। ਨਾਲ ਸਤਲੁਜ ਦਰਿਆ 'ਤੇ ਆਪਾਂ ਇਸ ਵਕਤ ਹੈਗੇ। ਇਹਦੇ ਦੋਵੇਂ ਬੰਨੇ ਹੀ ਪੁਲ ਦੇ ਸਤਲੁਜ ਦਰਿਆ ਹੈ। ਸਤਲੁਜ ਦਰਿਆ ਦਾ ਆਪਣਾ ਇੱਕ ਇਤਿਹਾਸ ਤੁਹਾਨੂੰ ਥੋੜ੍ਹੇ ਦਰਸ਼ਨ ਦੀਦਾਰ ਕਰਵਾਵਾਂਗੇ। ਲਓ ਜੀ, ਪਹੁੰਚ ਗਏ ਆਪਾਂ ਸਤਲੁਜ ਦਰਿਆ 'ਤੇ ਵੀ। ਹਿਮਾਚਲ ਅਤੇ ਪੰਜਾਬ ਦਾ ਸਭ ਤੋਂ ਵੱਡਾ ਦਰਿਆ ਜਿਹੜਾ ਕਿ ਤਿੱਬਤ ਦੇ ਮਾਨਸਰੋਵਰ ਝੀਲ ਦੇ ਨੇੜੇ ਰਾਕਸ਼ਸ ਤਾਲ 'ਚੋਂ ਇਹਦਾ ਉਦਗਮ ਹੋਇਆ ਅਤੇ ਕੁੱਲ ਲੰਬਾਈ ਇਹਦੀ 1450 ਕਿਲੋਮੀਟਰ ਦੇ ਨੇੜੇ ਹੈ। ਅਤੇ ਦਰਿਆ ਜਿਹੜਾ ਇਹ ਬਾਅਦ ਵਿੱਚ ਅਰਬ ਸਾਗਰ 'ਚ ਮਿਲ ਜਾਂਦਾ ਅਤੇ ਪੰਜਾਬ ਦੀ ਤਰੱਕੀ ਵਿੱਚ ਤਾਂ ਇਹਦਾ ਖਾਸਮ ਖਾਸ ਹੀ ਯੋਗਦਾਨ ਹੈ। ਰਿਗਵੇਦ ਵਿੱਚ ਇਹਦਾ ਨਾਮ ਸ਼ਤੁਦਰ ਹੈ ਅਤੇ ਭਗਵਦ ਗੀਤਾ 'ਚ ਇਹਦਾ ਨਾਮ ਚੰਦਰ ਭਾਗ ਹੈ। ਬਹੁਤਾ ਨਹਿਰੀ ਪਾਣੀ ਪੰਜਾਬ ਦਾ ਸਤਲੁਜ ਹੀ ਮੁਹੱਈਆ ਕਰਾਉਂਦਾ ਹੈ ਅਤੇ ਸਾਡੇ ਮਾਲਵੇ ਦੇ ਵਿੱਚ, ਬਲਕਿ ਪੂਰੇ ਪੰਜਾਬ ਦੇ ਵਿੱਚ ਹੀ ਬਿਜਲੀ ਦਾ ਸੰਕਟ ਥੋੜ੍ਹਾ ਘੱਟ ਹੋਣ ਦੀ ਵਜ੍ਹਾ ਵੀ ਸਤਲੁਜ ਦਰਿਆ ਹੀ ਹੈ। ਡੈਮ ਬਣਿਆ ਹੋਇਆ ਅਤੇ ਭਾਖੜਾ ਡੈਮ ਪੰਜਾਬ ਦੀ ਤਰੱਕੀ ਪਿੱਛੇ ਕਾਫੀ ਵੱਡਾ ਹੱਥ, ਬਲਕਿ ਰਾਜਸਥਾਨ ਦੀ ਤਰੱਕੀ ਪਿੱਛੇ ਵੀ। ਲਓ ਜੀ, ਅਸੀਂ ਸ਼ਾਰਟਕੱਟ ਕਰ ਰਹੇ ਹਾਂ ਨਾਲ ਅਤੇ ਫਗਵਾੜਾ ਆਪਾਂ ਕਰੋਸ ਕਰ ਗਏ ਹਾਂ ਲੁਧਿਆਣੇ ਤੋਂ ਬਾਅਦ। ਫਗਵਾੜੇ ਤੋਂ ਬਾਅਦ ਰਾਮਾ ਮੰਡੀ ਵੱਲ ਵੱਧਦੇ ਹੋਏ ਹੁਣੇ ਆਏਗਾ ਸ਼ਹਿਰ ਜਲੰਧਰ ਦੇ ਵਿੱਚ ਬਣ ਗਿਆ ਵੈਸੇ ਤਾਂ ਨਵਾਂ ਪੁਲ। ਅੱਗੇ ਆਪਾਂ ਅੰਮ੍ਰਿਤਸਰ ਜਾਣ ਦੇ ਲਈ ਪੁਲ ਨਹੀਂ ਸੀ, ਹੁਣ ਉਹ ਨਵਾਂ ਹੀ ਪੁਲ ਬਣਿਆ, ਤੁਸੀਂ ਉੱਤੋਂ ਦੀ ਜਾ ਸਕਦੇ ਹੋ। 4 ਕਿਲੋਮੀਟਰ ਦਾ ਰਸਤਾ ਬਚ ਜਾਂਦਾ ਆਪਣੇ ਕੋਲ ਜੇ ਆਪਾਂ ਪੁਲ ਤੋਂ ਜਾਂਦੇ ਹਾਂ। ਤਾਂ ਨਾਲ ਦੇਖਦੇ ਜਾ ਰਹੇ ਹਾਂ ਆਪਾਂ ਸ਼ਹਿਰ ਜਲੰਧਰ। ਅਸੀਂ ਗਲਤੀ ਨਾਲ ਪੁਲ 'ਤੇ ਨਹੀਂ ਚੜ੍ਹੇ ਅਤੇ ਹੁਣ ਥੱਲੇ ਆ ਹੀ ਗਏ ਹਾਂ। ਅਤੇ ਕਿਉਂਕਿ ਭੁਲੇਖਾ ਲੱਗ ਗਿਆ ਇਹ ਨਵਾਂ ਬਣਿਆ ਪੁਲ ਹਜੇ, ਪਰ ਜਦੋਂ ਤੁਸੀਂ ਆਓ ਤਾਂ ਥੋੜ੍ਹਾ ਜਿਹਾ ਸਾਈਨਸ ਦਾ ਧਿਆਨ ਰੱਖਿਓ, ਜੋ ਰੋਡ ਸਾਈਨ ਨੇ ਨੇੜੇ ਤੇੜੇ, ਕਿਉਂਕਿ ਪੁਲ ਬਹੁਤ ਬਣ ਰਹੇ ਨੇ ਪੰਜਾਬ ਦੇ ਵਿੱਚ ਅਤੇ ਇਸ ਚੀਜ਼ ਦਾ ਜ਼ਰਾ ਖਾਸ ਧਿਆਨ ਰੱਖਿਓ। ਹੁਣ ਸਾਨੂੰ ਤਾਂ ਦੁਬਾਰਾ ਕ੍ਰੋਸ ਕਰਨਾ ਪਏਗਾ, ਫਿਰ ਵੀ ਖੈਰ ਪਹੁੰਚ ਹੀ ਜਾਵਾਂਗੇ। ਜਿੱਦਾਂ ਸਰਤਾਜ ਸ਼ਾਇਰ ਡਾਕਟਰ ਸਤਿੰਦਰ ਸਰਤਾਜ ਕਹਿੰਦੇ ਨੇ ਕਿ ਮੰਜ਼ਿਲ ਦੀ ਵੀ ਆਪਣੀ ਖੂਬਸੂਰਤੀ ਹੁੰਦੀ ਹੈ, ਪਰ ਸਭ ਤੋਂ ਖੂਬਸੂਰਤ ਜੋ ਹੈ ਉਹ ਸਫ਼ਰ ਹੀ ਹੈ। ਜਿੰਨੀ ਦੇਰ ਤੱਕ ਅਸੀਂ ਮੰਜ਼ਿਲ 'ਤੇ ਪਹੁੰਚਦੇ ਹਾਂ ਉਸ ਸਫ਼ਰ ਦੇ ਨਾਲ। ਲਓ ਜੀ, ਇਸ ਤੋਂ ਬਾਅਦ ਇਹਨੂੰ ਅਸੀਂ ਰੋਡ ਨੂੰ ਸਕਿਪ ਕਰ ਲਿਆ ਹੈ, ਕਾਫੀ ਲੰਬੀ ਜਰਨੀ ਹੈ। ਹੁਣ ਤੁਸੀਂ ਪਹੁੰਚ ਗਏ ਹੋ ਦਰਿਆ ਬਿਆਸ 'ਤੇ। ਹਾਂਜੀ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਦੀ ਰਹੀ ਹਾਂ ਸਤਲੁਜ ਬਾਰੇ, ਹੁਣ ਆਪਾਂ ਬਿਆਸ ਦਰਿਆ 'ਤੇ ਪੰਜਾਬ ਦੇ ਹਿੱਸੇ ਵੈਸੇ ਹੁਣ 2-2.5 ਦਰਿਆ ਹੀ ਰਹਿ ਗਏ ਨੇ। ਤੋ ਬਿਆਸ ਦਰਿਆ ਤੋਂ ਲੰਘਦੇ ਹੋਏ ਥੋੜ੍ਹੀ ਜਿਹੀ ਗੱਲ ਬਿਆਸ ਦੀ ਵੀ ਕਰ ਲਈਏ ਆਪਾਂ। ਇਹ ਵੀ ਦਰਿਆ ਦੀ ਲੰਬਾਈ ਤਕਰੀਬਨ 470 ਕਿਲੋਮੀਟਰ ਹੈ ਅਤੇ ਵੈਦਿਕ ਨਾਮ ਇਹਦਾ ਅਰਿਜਕੀਆ ਅਤੇ ਸੰਸਕ੍ਰਿਤ 'ਚ ਇਹਦਾ ਨਾਮ ਵਿਪਾਸ਼ਾ ਰਿਹਾ। ਬਾਅਦ ਵਿੱਚ ਗ੍ਰੀਕ ਨਾਮ ਜਿਹੜਾ ਇਹਦਾ ਹਾਈਫੇਸਿਸ ਸੀਗਾ। ਸਤਲੁਜ ਨਦੀ 'ਚ ਜਾ ਕੇ ਹੀ ਬਾਅਦ 'ਚ ਬਿਆਸ ਦਰਿਆ ਜਿਹੜਾ ਹੈ ਸਮਾ ਜਾਂਦਾ ਹੈ ਅਤੇ ਇਹਦੇ ਉੱਪਰ ਵੀ ਇੱਕ ਹਰੀਕੇ ਪੱਤਨ ਬੰਨ੍ਹ ਬਣਿਆ ਹੋਇਆ ਪੰਜਾਬ ਦੇ ਵਿੱਚ।
ਸੋ ਸਫ਼ਰ ਦੀ ਨਾਲ ਗੱਲਾਂ ਦਾ ਆਨੰਦ ਲੈਂਦੇ ਹੋਏ ਅੱਗੇ ਅਸੀਂ ਵੱਧ ਰਹੇ ਹਾਂ। ਇਸ ਤੋਂ ਬਾਅਦ ਸਾਡੇ ਕੋਲ ਜਿਹੜਾ ਰੂਟ ਹੈਗਾ ਉਹ ਬਾਈਪਾਸ ਅੰਮ੍ਰਿਤਸਰ ਤੋਂ ਪਹਿਲਾਂ ਹੀ ਰਈਆ ਮੋੜ ਤੋਂ ਅਸੀਂ ਗੁਰਦਾਸਪੁਰ ਵੱਲ ਜਾਣਾ ਹੈ। ਅਤੇ ਅਸੀਂ ਕਾਫੀ ਰੂਟ ਸਕਿੱਪ ਕਰਕੇ ਪਹੁੰਚ ਗਏ ਹਾਂ ਜੀ ਮਹਿਤਾ ਚੌਂਕ। ਆਪਣਾ ਹੀ ਇਤਿਹਾਸ ਹੈ ਇਸ ਜਗ੍ਹਾ ਦਾ। ਸੋ ਮਹਿਤਾ ਚੌਂਕ ਜਿਹਦੇ ਇੱਕ ਪਾਸੇ ਸ਼੍ਰੀ ਹਰਗੋਬਿੰਦਪੁਰ ਹੈ, ਦੂਸਰੇ ਪਾਸੇ ਅੰਮ੍ਰਿਤਸਰ, ਔਰ ਜਿੱਧਰੋਂ ਅਸੀਂ ਆਏ ਹਾਂ ਇੱਧਰੋਂ ਜਲੰਧਰ, ਅਤੇ ਅੱਗੇ ਜੀ ਇਹ ਗੁਰਦਾਸਪੁਰ ਨਾਲ ਚੁਰਸਤਾ ਇਹ ਜੋੜਦਾ ਹੈ। ਅਤੇ ਅੰਮ੍ਰਿਤਸਰ ਜ਼ਿਲ੍ਹੇ ਦਾ ਤਕਰੀਬਨ ਆਖਰੀ ਪਿੰਡ। ਇਸ ਤੋਂ ਬਾਅਦ ਅੱਗੇ ਰੰਗੜ ਨੰਗਲ ਪਿੰਡ ਦੇ ਨਾਲ ਹੀ ਸ਼ੁਰੂਆਤ ਹੋ ਜਾਂਦੀ ਹੈ ਬਟਾਲੇ ਦੀ ਅਤੇ ਗੁਰਦਾਸਪੁਰ ਜ਼ਿਲ੍ਹੇ ਦੀ। ਸੋ ਹੁਣ ਅਸੀਂ ਹੈਗੇ ਹਾਂ ਜੀ ਬਟਾਲੇ ਦੇ ਵਿੱਚ, ਅੱਗੇ ਪਹੁੰਚ ਗਏ ਆਪਾਂ। ਅਤੇ ਅੱਗੋਂ ਬਟਾਲੇ ਤੋਂ ਅਸੀਂ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਹੀ ਹਾਂ, ਬਟਾਲਾ ਵੀ ਗੁਰਦਾਸਪੁਰ 'ਚ ਹੀ ਹੈ। ਅਤੇ ਗੁਰਦਾਸਪੁਰ ਤੋਂ ਅਸੀਂ ਜਾ ਰਹੇ ਹਾਂ ਜੀ ਗੁਰਦਾਸਪੁਰ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਵਿੱਚ ਰਹਿਣ ਦੇ ਲਈ। ਡੇਰਾ ਬਾਬਾ ਨਾਨਕ ਪੰਜਾਬ ਦਾ ਆਖਰੀ ਪਿੰਡ ਬਾਰਡਰ ਦੇ ਨਾਲ ਲੱਗਦਾ ਹੈ ਗੁਰਦਾਸਪੁਰ 'ਚੋਂ। ਬਹੁਤ ਹੀ ਅੱਛਾ ਇੱਥੇ ਰੇਲਵੇ ਸਟੇਸ਼ਨ ਵੀ ਬਣਿਆ ਹੋਇਆ ਹੈ। ਇੱਥੇ ਗੁਰਦੁਆਰਾ ਸਾਹਿਬ ਵੀ ਸੁਸ਼ੋਭਿਤ ਨੇ, ਚੋਲਾ ਸਾਹਿਬ ਗੁਰਦੁਆਰਾ ਹੈ ਇੱਥੇ, ਅਤੇ ਉਹਦਾ ਵੀ ਆਪਣਾ ਇੱਕ ਇਤਿਹਾਸ ਹੈ। ਦਿਖਾਵਾਂਗੇ ਤੁਹਾਨੂੰ ਪਹੁੰਚ ਕੇ ਉੱਥੇ ਨਾਲ ਸਫ਼ਰ 'ਚ ਬਣੇ ਰਹੋ। ਬਸ ਤਕਰੀਬਨ ਥੋੜ੍ਹੀ ਜਿਹੀ ਦੂਰੀ 'ਤੇ ਆਪਾਂ, ਕਿਉਂਕਿ ਲੰਬਾ ਸਫ਼ਰ ਹੈ, ਅਸੀਂ ਇੱਕ ਦਿਨ ਪਹਿਲਾਂ ਆਏ ਹਾਂ। ਬਿਕੋਜ਼ ਇੱਕ ਦਿਨ ਜਾਣ ਦਾ ਹੀ ਆਪਾਂ ਨੂੰ ਮੌਕਾ ਮਿਲਦਾ ਹੈ ਕਰਤਾਰਪੁਰ ਸਾਹਿਬ। ਜੀ 6 ਘੰਟੇ ਆਪਾਂ ਇੱਥੇ ਹੀ ਸਫ਼ਰ 'ਚ ਲਗਾ ਦਿੱਤੇ ਤਾਂ ਉੱਥੇ ਘੁੰਮਣ ਦੇ ਲਈ, ਸਾਡੇ ਕੋਲ ਪਹੁੰਚਣ ਦੇ ਲਈ, ਬਲਕਿ ਦਰਸ਼ਨ ਦੀਦਾਰ ਕਰਨ ਦੇ ਲਈ ਇੰਨਾ ਸਮਾਂ ਨਹੀਂ ਬਚੂਗਾ। ਇਸ ਕਰਕੇ ਲੰਬੇ ਸਫ਼ਰ 'ਤੇ ਹਾਂ ਅਤੇ ਆਪਾਂ ਪਹਿਲਾਂ ਹੀ ਜਾਵਾਂਗੇ। ਇੱਕ ਦਿਨ ਜਾ ਰਹੇ ਹਾਂ ਪਹਿਲਾਂ, ਗੁਰਦੁਆਰਾ ਸਾਹਿਬ 'ਚ ਰਹਾਂਗੇ ਜਾ ਕੇ ਡੇਰਾ ਬਾਬਾ ਨਾਨਕ, ਕਿਉਂਕਿ ਇੱਥੋਂ ਕਰਤਾਰਪੁਰ ਸਾਹਿਬ ਸਿਰਫ 5 ਕਿਲੋਮੀਟਰ ਦੂਰ ਹੈ ਬਾਰਡਰ ਦੇ ਨਾਲ। ਡੇਰਾ ਬਾਬਾ ਨਾਨਕ ਦਾ ਵੀ ਥੋੜ੍ਹਾ ਜਿਹਾ ਇਤਿਹਾਸ ਹੈ ਇੱਥੇ, ਕਿਉਂਕਿ ਇਹ ਗੁਰੂ ਨਾਨਕ ਦੇਵ ਜੀ ਦੇ ਤਕਰੀਬਨ ਸਹੁਰਿਆਂ ਦੇ ਪਿੰਡ ਸੀ। ਪੱਖੋ ਕੇ ਰੰਧਾਵਾ ਅਤੇ ਨੇੜੇ ਡੇਰਾ ਬਾਬਾ ਨਾਨਕ ਦੇ ਵਿੱਚ ਉਹ ਜਾਇਆ ਕਰਦੇ ਸੀ। ਇੱਥੇ ਅੱਜ ਵੀ ਬੇਦੀ ਪਰਿਵਾਰ ਹੀ ਹੈਗੇ ਨੇ ਜੋ ਗੁਰੂ ਮਰਿਆਦਾ ਨੂੰ ਅੱਗੋਂ ਕਾਇਮ ਰੱਖੇ ਹੋਏ ਨੇ। ਗੁਰੂ ਸਾਹਿਬ ਦੀ 15ਵੀਂ ਪੀੜ੍ਹੀ, ਉਹਨਾਂ ਦਾ ਘਰ ਵੀ ਇੱਥੇ ਹੈ। ਅਤੇ ਇੱਕ ਇਤਿਹਾਸਕ ਸਥਾਨ ਵੱਲ ਆਪਾਂ ਜਾ ਰਹੇ ਹਾਂ। ਸੋ ਥੋੜ੍ਹੀ ਜਿਹੀ ਮੈਂ ਕਿਤੇ ਪਹਿਲਾਂ ਵੀ ਇਹਦੇ ਬਾਰੇ ਰਿਸਰਚ ਕੀਤੀ ਹੈ ਕਿ ਉੱਥੇ ਗੁਰੂ ਸਾਹਿਬ ਦਾ ਇੱਕ ਚੋਲਾ ਸੁਸ਼ੋਭਿਤ ਹੈ, ਅਤੇ ਮੈਂ ਉਹਦੀਆਂ ਤਸਵੀਰਾਂ ਦੇਖੀਆਂ ਸੀ। ਤੁਹਾਡੇ ਵਾਸਤੇ ਵੀ ਕਲਿੱਕ ਕਰਕੇ ਲੈ ਕੇ ਆਵਾਂਗੇ ਤਸਵੀਰਾਂ। ਲਓ ਜੀ, ਆਪਾਂ ਪਹੁੰਚ ਗਏ ਹਾਂ ਗੁਰਦੁਆਰਾ ਸ਼੍ਰੀ ਚੋਲਾ ਸਾਹਿਬ। ਇਹ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਔਰ ਇਹਦੇ ਬਾਰੇ ਜ਼ਿਕਰ ਵੀ ਕਰ ਰਹੀ ਹਾਂ ਕਿ ਬੜੀ ਆਪਣੇ ਆਪ ਵਿੱਚ ਰਿਸਰਚ ਦਾ ਟੌਪਿਕ ਹੈ। ਮੈਂ ਜ਼ੂਮ ਕਰਕੇ ਤਾਂ ਦਿਖਾ ਰਹੀ ਹਾਂ ਨਾਲ ਕਿ ਇਹਦੇ ਉੱਪਰ ਦਿਸ਼ਾਵਾਂ ਨੇ ਲਿਖੀਆਂ ਹੋਈਆਂ। ਉਹ ਦਿਸ਼ਾਵਾਂ ਦਾ ਆਪਣਾ ਇੱਕ ਇਤਿਹਾਸ ਹੈ। ਗੁਰੂ ਸਾਹਿਬ ਨੇ ਉਸ ਵੇਲੇ ਉਹਦੇ ਉੱਪਰ ਨਕਸ਼ਾ ਬਣਾਇਆ ਹੋਇਆ ਚੋਲੇ ਦੇ ਉੱਪਰ। ਬਾਅਦ 'ਚ ਆਪਾਂ ਇਹਦੇ ਬਾਰੇ ਵਿਸਥਾਰ 'ਚ ਗੱਲ ਕਰਾਂਗੇ, ਮੌਕਾ ਮਿਲੂਗਾ ਤਾਂ ਜ਼ਰੂਰ ਇਹਦੇ ਬਾਰੇ ਡਿਸਕਸ ਕਰੂੰਗੀ ਮੈਂ ਤੁਹਾਡੇ ਨਾਲ। ਸੋ ਇਹ ਹੈਗਾ ਜੀ ਖੂਹ, ਉੱਥੇ ਨੇੜੇ ਹੀ। ਅਠਾਰਾਂ ਦੀ ਬਿਮਾਰੀ ਜਿਹਨਾਂ ਲੋਕਾਂ ਨੂੰ ਹੁੰਦੀ ਹੈ ਉਹਨਾਂ ਦੇ ਲਈ ਇਹ ਬਖਸ਼ਿਸ਼ ਹੈ ਇਸ ਖੂਹ ਦਾ ਪਾਣੀ। ਸੋ ਇਸ ਤੋਂ ਬਾਅਦ ਅਸੀਂ ਮੇਨ ਚੌਂਕ ਦੇ ਵਿੱਚ ਜਾ ਕੇ ਅੱਗੇ ਗੁਰਦੁਆਰਾ ਦਰਬਾਰ ਸਾਹਿਬ ਸ਼੍ਰੀ ਡੇਰਾ ਬਾਬਾ ਨਾਨਕ ਇੱਥੇ ਪਹੁੰਚ ਗਏ ਹਾਂ। ਅਤੇ ਇੱਥੇ ਹੀ ਸਰਾਏ ਬਣੀ ਹੋਈ ਹੈ ਜਿੱਥੇ ਯਾਤਰੀ ਜਿਹੜੇ ਆ ਉਹ ਆ ਕੇ ਰਹਿੰਦੇ ਨੇ। ਇੱਕ ਰਾਤ ਅਸੀਂ ਇੱਥੇ ਰਹੇ ਹਾਂ। ਸੁਬਾਹ ਦਾ ਸਮਾਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਕਿਉਂਕਿ ਇੱਕ ਟਰੈਵਲ ਲੌਗ ਹੈ ਤਾਂ ਸ਼ਾਰਟਕੱਟ ਦੇ ਵਿੱਚ ਥੋੜ੍ਹੀਆਂ ਜਿਹੀਆਂ ਜਾਣਕਾਰੀਆਂ ਵੀ ਦੇ ਰਹੀਆਂ ਤਾਂ ਕਿ ਡਿਟੇਲ ਵਿੱਚ ਥੋੜ੍ਹੀ ਜਾਣਕਾਰੀ ਪਹੁੰਚ ਸਕੇ। ਬੇਸ਼ੱਕ ਮੈਂ ਥੋੜ੍ਹਾ ਸ਼ਾਰਟਕੱਟ ਯੂਜ਼ ਕਰ ਰਹੀ ਹਾਂ, ਪਰ ਮੈਂ ਮੰਨ ਕੇ ਚੱਲ ਰਹੀ ਹਾਂ ਕਿ ਤੁਹਾਨੂੰ ਜਾਣਕਾਰੀ ਇਹਦੇ ਵਿੱਚੋਂ ਵਧੀਆ ਹੀ ਮਿਲ ਰਹੀ ਹੋਊਗੀ। ਇਹ ਅਜੀਤਾ ਰੰਧਾਵਾ ਪਾਰਕ ਹੈ ਜੀ, ਬਾਬਾ ਅਜੀਤਾ ਰੰਧਾਵਾ ਪਿੰਡ ਵਾਲਿਆਂ ਨੇ ਹੁਣ ਬਣਾਇਆ ਹੋਇਆ। ਇੱਥੋਂ ਆਪਾਂ ਮੋਰਨਿੰਗ ਸੁਬਾਹ ਚੱਲ ਪਏ ਹਾਂ 8:30 ਦਾ ਟਾਈਮ, ਕਿਉਂਕਿ ਉੱਥੇ 9 ਵਜੇ ਐਂਟਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਔਰ ਕਾਫੀ ਚੈੱਕ ਇਨ ਹੈ। ਕਿਉਂਕਿ ਇੰਡੀਆ ਦੇ ਬਾਰਡਰ 'ਤੇ ਵੀ ਜਦੋਂ ਤੁਸੀਂ ਗੁਰਦਾਸਪੁਰ 'ਚ ਇਮੀਗ੍ਰੇਸ਼ਨ ਟਰਮੀਨਲ 'ਤੇ ਜਾਣਾ, ਕਾਫੀ ਚੈਕਿੰਗ ਹੋਣੀ ਹੈ ਔਰ ਬਾਅਦ ਵਿੱਚ ਉੱਧਰ ਜਾ ਕੇ ਵੀ ਇਹ ਯਾਦਗਾਰ ਬਣਾਈ ਹੈ ਜੀ ਇੱਥੇ ਡੇਰਾ ਬਾਬਾ ਨਾਨਕ DBN ਵੀ ਇਹਨੂੰ ਕਹਿ ਦਿੰਦੇ ਨੇ।
ਪਿੰਡ ਦਾ ਓਵਰਵਿਊ ਤੁਹਾਨੂੰ ਕੈਮਰੇ ਦੇ ਜ਼ਰੀਏ ਦਿਖਾ ਰਹੇ ਹਾਂ। ਦੂਰੋਂ ਆਉਣ ਵਾਲੇ ਯਾਤਰੀ ਤਾਂ ਬਿਲਕੁਲ ਵੀ ਇਸ ਚੀਜ਼ ਨੂੰ ਸਕਿਪ ਨਾ ਕਰਨ, ਜ਼ਰੂਰ ਹੋ ਕੇ ਜਾਣ ਇੱਥੇ। ਬਲਕਿ ਇਸ ਤੋਂ ਸੁਖੈਨ ਤਰੀਕਾ ਕੋਈ ਹੋਰ ਹੈ ਵੀ ਨਹੀਂ ਸਫ਼ਰ ਕਰਨ ਦਾ, ਕਿ ਤੁਹਾਨੂੰ ਇੱਕ ਦਿਨ ਦੀ ਪਹਿਲਾਂ ਆਉਣ ਦੀ ਰੈਸਟ ਇੱਥੇ ਮਿਲ ਜਾਏ। ਔਰ ਗੁਰਦੁਆਰਾ ਸਾਹਿਬ ਦੇ ਵਿੱਚ ਸਰਾਂ ਦੇ ਵਿੱਚ ਕੁਛ ਕਮਾਇਆ ਪੇਂਟ ਕਰਕੇ ਇੱਥੇ ਤੁਸੀਂ ਰਹਿ ਸਕਦੇ ਹੋ। ਕੁਛ ਨਿਗੁਣੇ ਜੇ ਕਿਰਾਏ ਨੇ। ਲਓ ਜੀ, ਮੰਜ਼ਿਲ ਵੱਲ ਕਾਫੀ ਸਾਲਾਂ ਬਾਅਦ, ਲਗਭਗ 73-74 ਸਾਲਾਂ ਬਾਅਦ ਹੀ ਖੁੱਲ੍ਹਿਆ ਹੋਇਆ ਲਾਂਘਾ ਜਿਹੜਾ ਹੈ ਕਰਤਾਰਪੁਰ ਕੋਰੀਡੋਰ। ਇਹ ਸਵਰਨਜੀਤ ਸਵੀ ਜੀ ਦਾ ਡਿਜ਼ਾਈਨ ਕੀਤਾ ਹੋਇਆ ਰਬਾਬ ਦਾ ਡਿਜ਼ਾਈਨ ਦੇਖਦੇ ਜਾਂਦੇ ਹੋਏ। ਇਹ ਸਵਰਨਜੀਤ ਸਵੀ ਜੀ ਲੁਧਿਆਣੇ ਤੋਂ ਹੀ ਨੇ। ਕਿਤਾਬਾਂ ਦੇ ਬਹੁਤ ਸੋਹਣੇ ਸਰਵਰਕ ਡਿਜ਼ਾਈਨ ਕਰਦੇ ਨੇ। ਇਸ ਧਰਤੀ ਨੂੰ ਨਤਮਸਤਕ ਹੁੰਦੇ ਹੋਏ ਕਰਤਾਰਪੁਰ ਸਾਹਿਬ ਲਾਂਘੇ ਦੇ ਲਈ ਆਪਾਂ ਔਨ ਰੋਡ ਹੋ ਗਏ ਹਾਂ ਜੀ। ਤੁਹਾਨੂੰ 2 ਦਰਿਆਵਾਂ ਦੇ ਦਰਸ਼ਨ ਆਪਾਂ ਪਹਿਲਾਂ ਕਰਾਤੇ ਆ, ਅਤੇ ਅਸੀਂ ਕਿਸਮਤ ਵਾਲੇ ਹਾਂ ਕਿ ਤੀਜੇ ਦੇ ਵੀ ਦਰਸ਼ਨ ਕਰਾਂਗੇ। ਰਾਵੀ ਦਰਿਆ 'ਤੇ ਵੀ ਚੱਲਾਂਗੇ, ਕਿਉਂਕਿ ਇਹ ਗੁਰਦੁਆਰਾ ਸਾਹਿਬ ਕਰਤਾਰਪੁਰ ਜਿਹੜਾ ਹੈ ਉਹ ਲਗਭਗ ਰਾਵੀ ਦਰਿਆ ਦੇ ਉੱਪਰ ਹੀ ਸੁਸ਼ੋਭਿਤ ਹੈ, ਭਾਰਤ ਪਾਕਿਸਤਾਨ ਦੀ ਸਰਹੱਦ 'ਤੇ। ਸੋ ਚੈੱਕ ਇਨ ਕਰਦੇ ਹੋਏ ਜੀ ਸ਼ੁਰੂ ਹੋ ਗਿਆ ਇਹ ਚੈੱਕ ਇਨ। ਅਤੇ ਅੱਗੇ ਵੀ ਤੁਹਾਨੂੰ ਦੱਸਦੀ ਹਾਂ ਕਿ ਕੀ ਹੋਰ ਪਾਸਪੋਰਟ ਜ਼ਰੂਰ ਚੈੱਕ ਹੁੰਦਾ ਜੀ। ਨਾਲ ਤੁਹਾਡਾ ETA ਸਰਟੀਫਿਕੇਟ ਉਹ ਵੀ ਜਿਹੜਾ ਚੈੱਕ ਹੋਣਾ, ਅਤੇ ਤੁਹਾਡੇ ਹੋਰ ਕੋਈ ਵੈਰੀਫਿਕੇਸ਼ਨ ਵੀ ਜੋ ਉਹਨਾਂ ਨੂੰ ਲੱਗਦੀ ਹੈ ਮੁਨਾਸਿਬ, ਕਿ ਕਿਹੜੇ ਜ਼ਿਲ੍ਹੇ ਤੋਂ ਨੇ, ਕਿੱਥੋਂ ਨੇ, ਕਿੰਨੇ ਫੈਮਿਲੀ ਮੈਂਬਰ ਨੇ, ਉਹ ਸਭ ਕਨਫਰਮੇਸ਼ਨ ਇੱਥੋਂ ਹੀ ਸ਼ੁਰੂ ਹੋ ਜਾਂਦੀ ਹੈ, ਮੇਨ ਤੋਂ ਹੀ। ਇਹ ਸਾਡੇ ਭਾਰਤ ਦਾ ਗੁਰਦਾਸਪੁਰ ਦੇ ਵਿੱਚ ਬਣਿਆ ਹੋਇਆ ਇਮੀਗ੍ਰੇਸ਼ਨ ਟਰਮੀਨਲ ਲਾਂਘੇ ਦਾ ਕਰਕੇ। ਸੋ ਇੱਥੇ ਹੀ ਆਪਾਂ ਪੰਜਾਬ ਦੇ ਜਿੰਨੇ ਵੀ ਲੋਕ ਦੇਖਣ ਆਉਂਦੇ ਨੇ ਭਾਰਤ ਦੇ, ਉਹ ਇੱਥੇ ਤੱਕ ਹੀ ਆ ਸਕਦੇ ਨੇ। ਇਸ ਤੋਂ ਬਾਅਦ ਇੱਥੇ ਪਾਰਕਿੰਗ ਕਰਕੇ ਫਿਰ ਤੁਸੀਂ ਜਾਣਾ ਹੈ ਜੀ ਪਾਕਿਸਤਾਨ ਦੇ ਪਾਰ, ਭਾਰਤ ਦੇ ਪਾਰ ਪਾਕਿਸਤਾਨ ਦੇ ਵਿੱਚ। ਤਾਂ ਇੱਥੋਂ ਇੱਕ ਛੋਟੀਆਂ ਇਲੈਕਟ੍ਰੋਨਿਕ ਗੱਡੀਆਂ ਸ਼ਰਧਾਲੂਆਂ ਨੂੰ ਲੈ ਕੇ ਜਾਂਦੀਆਂ ਨੇ ਇਮੀਗ੍ਰੇਸ਼ਨ ਦੀ ਸਾਰੀ ਫੋਰਮੈਲਿਟੀਜ਼ ਤੋਂ ਬਾਅਦ। ਕਾਫੀ ਸੋਹਣਾ ਬਣਿਆ ਹੋਇਆ ਇਹ। ਥੋੜ੍ਹੀ ਜਿਹੀ ਓਵਰਵਿਊ ਤੁਹਾਨੂੰ ਇਹਦਾ ਵੀ ਦਿਖਾਵਾਂਗੇ। ਦੇਖ ਰਹੇ ਹੋ ਤੁਸੀਂ ਨਾਲ ਮੇਰੇ। ਸੋ ਕਾਫੀ ਵਧੀਆ ਬਣਿਆ ਹੋਇਆ। ਇੱਥੇ ਦੀ ਫੈਸਿਲਿਟੀ ਕਾਫੀ ਅੱਛੀ ਹੈ। ਬਹੁਤ ਹੀ ਵਧੀਆ ਤਰੀਕੇ ਨਾਲ ਸ਼ਰਧਾਲੂਆਂ ਨੂੰ ਉੱਥੇ ਤੱਕ ਪਹੁੰਚਾਉਣ ਦੇ ਇੰਤਜ਼ਾਮਾਤ ਕੀਤੇ ਗਏ ਨੇ। ਸਾਡੇ ਸਿੱਖ ਧਰਮ ਦੀ ਪਰੰਪਰਾ, ਉੱਥੇ ਸਟੈਚੂ ਬਣੇ ਹੋਏ ਨੇ, ਬੁੱਤ ਬਣੇ ਹੋਏ ਨੇ। ਨੋ ਫਾਰਮਰ ਨੋ ਫੂਡ ਤੇ ਲੋਗੋ ਨੂੰ ਵਧੀਆ ਰਿਪਰੈਜ਼ੈਂਟ ਕਰਦੇ ਹੋਏ ਸਟੈਚੂ। ਇਹ ਹੈ ਜੀ ਸਾਡਾ ਭਾਰਤ ਦਾ ਇਮੀਗ੍ਰੇਸ਼ਨ ਟਰਮੀਨਲ। ਦੂਜੇ ਪਾਸੇ ਜਾਵਾਂਗੇ ਤਾਂ ਤੁਹਾਨੂੰ ਪਾਕਿਸਤਾਨ ਵਾਲਾ ਵੀ ਦਿਖਾਵਾਂਗੇ। ਦੂਰੋਂ ਥੋੜ੍ਹਾ ਵਿਜ਼ੀਬਲ ਹੋ ਵੀ ਰਿਹਾ। ਲੋ ਜੀ ਜ਼ੂਮ ਵੀ ਕਰਤਾ। ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ, ਇਹਦੇ ਅੰਦਰ ਹੁਣ ਆਪਾਂ ਜਾਵਾਂਗੇ। ICP ਡੇਰਾ ਬਾਬਾ ਨਾਨਕ ਗੁਰਦਾਸਪੁਰ। ਹੋਰ ਸੰਗਤਾਂ ਵੀ ਆਈਆਂ ਹੋਈਆਂ ਨੇ, ਕਿਉਂਕਿ ਕਾਫੀ ਲੋਕ ਰੋਜ਼ਾਨਾ ਇੱਥੇ ਵਿਜ਼ਿਟ ਕਰਦੇ ਨੇ ਵੱਡੀ ਗਿਣਤੀ 'ਚ ਆਪਣੀ ਕਨਫਰਮੇਸ਼ਨ ਤੋਂ ਬਾਅਦ। ਲਓ ਜੀ, ਜਿਵੇਂ ਕਿ ਮੈਂ ਤੁਹਾਨੂੰ ਗੱਡੀ ਅਤੇ ਇੱਥੇ ਆਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦਾ ਹੈਗਾ ਹੈ ETA ਫਾਰਮ। ਤਾਂ ਤੁਸੀਂ ਅਪਲਾਈ ਕਰਦੇ ਆ, ਕਨਫਰਮੇਸ਼ਨ ਆਉਂਦੀ ਹੈ, ਪੁਲਿਸ ਵੈਰੀਫਿਕੇਸ਼ਨ ਹੁੰਦੀ ਹੈ। ਫਿਰ ਉਸ ਤੋਂ ਬਾਅਦ ਤੁਹਾਨੂੰ ਇੱਕ ETA ਫਾਰਮ ਮਿਲਦਾ ਹੈ। ਇਹਨੂੰ ਤੁਸੀਂ ਕਹਿ ਸਕਦੇ ਹੋ ਇਲੈਕਟ੍ਰੋਨਿਕ ਟਰੈਵਲ ਆਥੋਰਾਈਜੇਸ਼ਨ। ਇਲੈਕਟ੍ਰੋਨਿਕ ਟਰੈਵਲ ਆਥੋਰਾਈਜੇਸ਼ਨ ਤੁਹਾਨੂੰ ਵੈਰੀਫਿਕੇਸ਼ਨ ਕਨਫਰਮ ਕਰ ਦਿੰਦੇ ਆ ਕਿ ਤੁਸੀਂ ਕਰਤਾਰਪੁਰ ਜਾ ਸਕਦੇ ਹੋ। ਉਸ ਤੋਂ ਪਹਿਲਾਂ ਸਾਨੂੰ ਚਾਹੀਦਾ ਹੈਗਾ ਪਾਸਪੋਰਟ, ਅਤੇ ਨਾਲ ਸਾਡੀ ਲੱਗਦੀ ਹੈਗੀ ਹੈ $20 ਫੀਸ। ਇਹ $20 ਫੀਸ ਜਿਹੜੀ ਹੈਗੀ ਆ ਉਹ ਉੱਥੇ ਜਾਣ ਦੇ ਲਈ ਸਾਨੂੰ ਚਾਹੀਦੀ ਹੈਗੀ ਹੈ। ਅਤੇ ਨਾਲ ਉਸ ਤੋਂ ਵੀ ਮੋਸਟ ਇੰਪੋਰਟੈਂਟ, ਕਿਉਂਕਿ ਕੋਵਿਡ ਦਾ ਸਮਾਂ ਚੱਲ ਰਿਹਾ, ਅਤੇ ਸਾਡੀ ਕੋਵਿਡ ਨੈਗੇਟਿਵ ਰਿਪੋਰਟ ਜਿਹੜੀ ਕਿ 72 ਆਵਰ ਬਿਫੋਰ ਚਾਹੀਦੀ ਹੁੰਦੀ ਹੈ ਸਾਨੂੰ। ਸ਼ੁਕਰੀਆ ਜੀ। ਇਹ ਹੈ ਇੱਥੇ ਹੁਣ ਸਾਨੂੰ ਚੈੱਕ ਇਨ ਤੋਂ ਬਾਅਦ ਪਿਲਾਈਆਂ ਜਾ ਰਹੀਆਂ ਨੇ ਪੋਲੀਓ ਬੂੰਦਾਂ। ਨਾਲ ਸਟੈਂਪਿੰਗ ਹੋਏਗੀ, ਨਾਲ ਚੈਕਿੰਗ ਹੋਏਗੀ।
ਸੋ ਵੈਸੇ ਤਾਂ ਇੱਥੇ ਥੋੜ੍ਹਾ ਜਿਹਾ ਮਨਾ ਹੈ, ਪਰ ਅਸੀਂ ਥੋੜ੍ਹਾ ਥੋੜ੍ਹਾ ਬਣਾ ਰਹੇ ਹਾਂ ਕਿਉਂਕਿ ਇਹ ਸਿਸਟਮ ਹੈ ਸਾਡੇ ਭਾਰਤ ਦਾ, ਨਹੀਂ ਦੱਸ ਸਕਦੇ ਕੁਛ। ਤੋ ਅੱਗੇ ਅਸੀਂ ਬੈਠ ਗਏ ਹਾਂ ਜੀ ਜਿਹੜੀਆਂ ਇਲੈਕਟ੍ਰੋਨਿਕ ਗੱਡੀਆਂ ਉਹਦੇ ਵਿੱਚ, ਬਸ 2-4 ਕਦਮਾਂ ਦੀ ਦੂਰੀ 'ਤੇ ਪਹੁੰਚ ਗਏ ਹਾਂ ਜੀ। ਇਮੀਗ੍ਰੇਸ਼ਨ ਉੱਧਰ ਕਰਵਾ ਲਈ ਹੈ ਅਸੀਂ ਚੈੱਕ ਇਨ, ਉੱਧਰੋਂ ਵੀ ਸਾਰਾ ਕੋਈ ਜ਼ਿਆਦਾ ਉੱਧਰ ਫੋਰਮੈਲਿਟੀ ਇਸ ਤਰ੍ਹਾਂ ਦੀ ਨਹੀਂ ਹੈ, ਅੱਗੇ ਜਾ ਕੇ ਸ਼ੁਰੂ ਹੋਏਗੀ ਜਦੋਂ ਇਮੀਗ੍ਰੇਸ਼ਨ 'ਤੇ ਪਹੁੰਚਾਂਗੇ। ਵੈਲਕਮ ਟੂ ਪਾਕਿਸਤਾਨ। ਸੋ ਚੱਲ ਪਏ ਹਾਂ ਜੀ ਅਸੀਂ ਉਹਨਾਂ ਦੀ ਇਲੈਕਟ੍ਰੋਨਿਕ ਗੱਡੀ ਵਿੱਚ, ਬੜੇ ਇਹਤਰਾਮ ਦੇ ਨਾਲ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੇ ਨੇ ਉਹ। ਆਲਾ ਦੁਆਲਾ ਪੰਜਾਬ ਤੇ ਸਾਰੀ ਕਿਤੇ ਇੱਕੋ ਜਿਹਾ ਹੈ, ਪਰ ਫਿਰ ਵੀ ਨਵੀਂ ਧਰਤੀ 'ਤੇ ਪਹੁੰਚਣ ਦਾ ਚਾਅ ਹੈ, ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਇਮੀਗ੍ਰੇਸ਼ਨ ਟਰਮੀਨਲ ਪਾਕਿਸਤਾਨ, ਜਿਵੇਂ ਕਿ ਤੁਸੀਂ ਹੁਣੇ ਪਹਿਲਾਂ ਗੁਰਦਾਸਪੁਰ 'ਚ ਬਣਿਆ ਸੀ ਉਹ ਪੰਜਾਬ ਦਾ ਸੀ, ਇਹ ਪਾਕਿਸਤਾਨ ਦਾ ਜੀ। ਇੱਥੇ ਅਸੀਂ ਪਹੁੰਚ ਗਏ ਹਾਂ। ਇੱਥੇ ਹੀ ਤੁਹਾਡੇ ਉਹ ਜਿਹੜੇ $20 ਹੈ, ਕਿਉਂਕਿ ਭਾਰਤ 'ਚ ਤਾਂ ਕੁਛ ਨਹੀਂ ਲੱਗਣਾ ਤੁਹਾਡਾ, ਉੱਧਰ ਜਾ ਕੇ ਲੱਗਣੇ ਹੈ $20। ਨੈਸ਼ਨਲ ਬੈਂਕ ਪਾਕਿਸਤਾਨ ਦੀ, ਇੱਥੇ ਤੁਸੀਂ ਕਰੰਸੀ ਐਕਸਚੇਂਜ ਕਰ ਸਕਦੇ ਹੋ। ਜੇ ਗਲਤੀ ਨਾਲ ਨਹੀਂ ਪੈਸੇ ਲੈ ਕੇ ਆਏ ਤਾਂ ਇੰਡੀਅਨ ਪੈਸੇ ਦੇ ਕੇ ਚੇਂਜ ਕਰਵਾ ਸਕਦੇ ਹੋ, ਪਾਕਿਸਤਾਨੀ ਰੁਪਏ ਦੇ ਨਾਲ ਉੱਧਰ ਲੈਣ ਦੇਣ ਹੁੰਦਾ। ਸੋ ਸ਼ਰਧਾਲੂ ਬੈਠ ਰਹੇ ਨੇ ਥਾਂ ਥਾਈਂ ਬੱਸ ਦੇ ਵਿੱਚ, ਜਿੰਨੇ ਕੁ ਬੈਠ ਕੇ ਵਧੀਆ ਤਰੀਕੇ ਨਾਲ ਉਹਨਾਂ ਨੂੰ ਲੈ ਜਾਣਗੇ। ਸੋ ਸਾਡੇ ਨਾਲ ਇੱਕ ਜੱਥਾ ਵੀ ਹੈ, ਅਸੀਂ ਵੈਸੇ ਇੰਡੀਵਿਜੂਅਲੀ ਆਏ ਹਾਂ, ਪਰ ਹੌਲੀ ਹੌਲੀ ਸਾਰੇ ਮਿਲਦੇ ਹੋਏ ਇੱਕ ਸੰਗਤ ਦੇ ਰੂਪ 'ਚ ਪਹੁੰਚਾਂਗੇ। ਕਾਫੀ ਵਧੀਆ ਮਾਹੌਲ, ਧਾਰਮਿਕ, ਚਿਹਰੇ 'ਤੇ ਲੋਕਾਂ ਦੀ ਖੁਸ਼ੀ, ਸੰਗਤਾਂ ਪੂਰੇ ਭਾਗਾਂ ਵਾਲੇ ਸਮਝਦੀ ਹੋਈਆਂ ਆਪਣੇ ਆਪ ਨੂੰ, ਕਿਉਂਕਿ ਕਰਤਾਰਪੁਰ ਸਾਹਿਬ ਦੇ ਦਰਸ਼ਨ ਨੇ। ਅਤੇ 73 ਸਾਲ ਦਾ ਸਮਾਂ ਥੋੜ੍ਹਾ ਨਹੀਂ ਹੁੰਦਾ। ਪਹਿਲਾਂ ਇਸ ਦਰਸ਼ਨਾਂ ਦੇ ਲਈ ਦੂਰਬੀਨ ਦੀ ਵਰਤੋਂ ਜਿਹੜੀ ਉਹ ਕੀਤੀ ਜਾਂਦੀ ਸੀ। 5 ਕਿਲੋਮੀਟਰ ਦਾ ਰਾਹ ਵੀ ਅਸੀਂ ਆਪਣੀ ਮਰਜ਼ੀ ਨਾਲ ਕ੍ਰੋਸ ਕਰਕੇ ਨਹੀਂ ਜਾ ਸਕਦੇ। ਸੋ ਦੂਰੋਂ ਦਿਖ ਰਿਹਾ ਜੀ ਕਰਤਾਰਪੁਰ ਸਾਹਿਬ। ਬੱਸ ਦੇ ਵਿੱਚ ਜੋ ਚੱਲ ਰਿਹਾ ਸ਼ਬਦ ਗਾਇਨ ਉਹ ਸੁਣਾਉਂਦੇ ਹਾਂ ਤੁਹਾਨੂੰ। ਵੇਲਾ ਬੀਤਦਾ ਜਾਂਦਾ ਹੈ ਜਿੰਦੜੀਏ ਜਿਉਂ ਨਹਿਰਾਂ ਦਾ ਪਾਣੀ। ਵੇਲਾ ਬੀਤਦਾ ਜਾਂਦਾ ਹੈ ਜਿੰਦੜੀਏ ਜਿਉਂ ਨਹਿਰਾਂ ਦਾ ਪਾਣੀ। ਜਾਗ ਸਵੇਰੇ ਨੀ ਜਿੰਦੜੀਏ ਪਰ ਸਤਿਗੁਰ ਦੀ ਬਾਣੀ। ਜਾਗ ਸਵੇਰੇ ਨੀ ਜਿੰਦੜੀਏ ਪਰ ਸਤਿਗੁਰ ਮੈਨੂੰ ਬਾਸ਼ਨਾ ਚੰਦਣ ਦੀ ਆਵੇ। ਸੱਚਖੰਡ ਨੇੜੇ ਆ ਗਿਆ ਸਾਨੂੰ ਬਾਸ਼ਨਾ ਚੰਦਣ ਦੀ ਆਵੇ। ਕਰਤਾਰਪੁਰ ਨੇੜੇ ਆ ਗਿਆ ਭਾਗਾ ਵਾਲਾ ਜੀ। ਦਰਸ਼ਨ ਹੋ ਗਏ, ਦਰਸ਼ਨ ਹੋ ਗਏ ਅਸੀਂ ਭਾਗਾ ਵਾਲੇ ਜੀ। ਦਰਸ਼ਨ ਹੋ ਗਏ, ਦਰਸ਼ਨ ਹੋ ਗਏ, ਦਰਸ਼ਨ ਹੋ ਗਏ, ਦਰਸ਼ਨ। ਸੈਕੰਡ ਸਾਈਨ ਬੋਰਡ ਜਿਹੜਾ ਨਾ ਮਾਰਕੀਟ ਦਾ ਅੰਦਰੋਂ ਜੀ ਰਸਤਾ ਵੀ ਹੈ, ਤੁਸੀਂ ਲੇਕਿਨ ਜਾਓਗੇ ਤਾਂ ਉੱਥੋਂ ਤੁਸੀਂ ਨੰਗੇ ਪਾਉਂ ਜਾਣਾ ਪਏਗਾ। ਅਗਰ ਜੋੜੇ ਪਾ ਕੇ ਜਾਣਾ ਹੋਵੇ ਤਾਂ ਤੁਸੀਂ ਇੱਥੇ ਜੋੜੇ ਪਾ ਕੇ ਜਾ ਸਕਦੇ। ਤੁਹਾਡੇ ਰਾਈਟ ਸਾਈਡ ਦੇ ਉੱਤੇ ਖੇਤੀ ਸਾਹਿਬ ਹੈ, ਨਿਸ਼ਾਨ ਸਾਹਿਬ ਹੈ, ਅੰਗੀਠਾ ਸਾਹਿਬ। ਅੰਦਰੋਂ ਜੀ ਰਸਤਾ ਹੈ ਜਾਣ ਨੂੰ, ਲੇਕਿਨ ਅਗਰ ਤੁਸੀਂ ਜੋੜੇ ਪਾ ਕੇ ਜਾਣਾ ਚਾਹੋਗੇ। ਅਸੀਂ ਦੁਆ ਕਰੂੰ ਹੈ ਕਿ ਤੁਹਾਡਾ ਪਾਕਿਸਤਾਨ ਦੇ ਵਿੱਚ ਜਿੰਨਾ ਵੀ ਟਾਈਮ ਗੁਜ਼ਰੇ ਮੁਹਾਇਦਨ ਮੁੱਲਾ ਅਖਤਿਆਰ ਵੈਲਕਮ ਜੀ। ਇੱਥੇ ਸੰਗਤਾਂ ਆਪਣੇ ਜੋੜੇ ਜਮ੍ਹਾਂ ਕਰਵਾਉਂਦੀਆਂ ਨੇ, ਅਤੇ ਨਾਲ ਹੀ ਜੋ ਲੰਗਰ ਵਾਸਤੇ ਰਸਤ ਪਾਣੀ ਲੈ ਕੇ ਆਏ ਹੁੰਦੇ ਨੇ ਭਾਰਤੀ ਲੋਕ ਸ਼ਰਧਾਲੂ, ਆਪਣੇ ਆਪਣੇ ਵਿੱਤ ਮੁਤਾਬਕ ਉਹ ਇੱਥੇ ਜਮ੍ਹਾਂ ਕਰਵਾਇਆ ਜਾਂਦਾ, ਚੈੱਕ ਕਰਵਾਇਆ ਜਾਂਦਾ। ਹੁਣ ਆਪਾਂ ਪਰਿਕਰਮਾ ਕਰਾਂਗੇ ਗੁਰਦੁਆਰਾ ਸਾਹਿਬ ਦੀ। ਲਓ ਜੀ, ਕਰੋ ਦਰਸ਼ਨ ਕਰਤਾਰਪੁਰ ਸਾਹਿਬ ਦੇ। ਅਸੀਂ ਗੁਰੂ ਸਾਹਿਬ ਵਾਸਤੇ, ਉਹਨਾਂ ਦੇ ਦਰਸ਼ਨ ਦੀਦਾਰ ਵਾਸਤੇ ਭੇਟਾ ਵਜੋਂ ਰੁਮਾਲਾ ਸਾਹਿਬ ਲੈ ਕੇ ਆਏ ਹਾਂ। ਸੋ ਭੇਂਟ ਕਰਦੇ ਹਾਂ ਅਤੇ ਨਾਲ ਹੀ ਦਰਬਾਰ ਸਾਹਿਬ 'ਚ ਚੱਲਦੇ ਹਾਂ। ਅਤੇ ਉੱਪਰ ਹੀ ਇਹ ਗੁਰਦੁਆਰਾ ਸਾਹਿਬ ਜਿਹੜਾ ਇਹ ਬਣਿਆ ਹੋਇਆ ਹੈ। ਮਹਾਰਾਜਾ ਪਟਿਆਲਾ ਭੁਪਿੰਦਰ ਜੀ ਨੇ ਇਹਨਾਂ ਦੀ ਗੁਰਦੁਆਰੇ ਦੀ ਜਿਹੜੀ ਉਹ ਸੇਵਾ ਕਰਵਾਈ ਸੀ। ਅਰਦਾਸ ਤਕਰੀਬਨ ਸ਼ੁਰੂ ਹੋਣ ਵਾਲੀ ਹੈ। ਉੱਥੇ ਪਹੁੰਚਦੇ ਹਾਂ, ਕਿਉਂਕਿ ਭਾਰਤ ਅਤੇ ਪਾਕਿਸਤਾਨ ਦੇ ਸਮੇਂ ਦਾ ਵੀ ਫਰਕ ਹੈ।
ਅੱਧੇ ਪੌਣੇ ਘੰਟੇ ਦਾ ਖਾਸ ਤੌਰ 'ਤੇ। ਸੋ ਅਸੀਂ ਪਹੁੰਚ ਗਏ ਹਾਂ ਜੀ। ਤੁਹਾਨੂੰ ਮੇਨ ਮੁੱਖ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਵਾ ਰਹੇ ਹਾਂ ਨਾਲ ਨਾਲ। ਹਾਂਜੀ, ਇਹ ਗੁਰਦੁਆਰਾ ਸਾਹਿਬ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ, ਇਹ ਪਾਕਿਸਤਾਨ ਦੇ ਅੱਜ ਕੱਲ੍ਹ ਜਿਹੜਾ ਪਾਕਿਸਤਾਨ 'ਚ ਹੈ, ਨਾਰੋਵਾਲ ਦੀ ਜ਼ਿਲ੍ਹਾ ਨਾਰੋਵਾਲ, ਸ਼ੱਕਰਗੜ੍ਹ ਨਾਰੋਵਾਲ ਸੜਕ 'ਤੇ ਹੀ ਗੁਰਦੁਆਰਾ ਜਿਹੜਾ ਹੈ ਸੁਭਾਈਮਾਨ ਹੈ। ਲਾਹੌਰ ਤੋਂ ਤਕਰੀਬਨ 120 ਕਿਲੋਮੀਟਰ ਪਾਕਿਸਤਾਨ ਭਾਰਤ ਦੀ ਸੀਮਾ 'ਤੇ ਰਾਵੀ ਪਾਰ ਤਕਰੀਬਨ 3.5 ਕਿਲੋਮੀਟਰ ਅਤੇ ਡੇਰਾ ਬਾਬਾ ਨਾਨਕ ਤੋਂ 5 ਕਿਲੋਮੀਟਰ ਦੂਰੀ 'ਤੇ ਹੀ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਆਪਣੀਆਂ ਉਦਾਸੀਆਂ ਦੌਰਾਨ ਜਦੋਂ ਗੁਰੂ ਸਾਹਿਬ ਪਰਿਵਾਰ ਨੂੰ ਮਿਲਣ ਤਲਵੰਡੀ ਰਾਏਭੋਏ ਆਏ ਤਾਂ ਤਲਵੰਡੀ ਤੋਂ ਰਾਵੀ ਦਰਿਆ ਵੱਲ ਚੱਲਦਿਆਂ ਇਸੇ ਰਮਣੀਕ ਥਾਂ 'ਤੇ ਉਹਨਾਂ ਨੇ ਨਿਵਾਸ ਕੀਤਾ ਅਤੇ ਉੱਥੋਂ ਦੇ ਨਗਰ ਪੱਖੋਕੇ ਦਾ ਨਾਮ 1521 ਈਸਵੀ ਦੇ ਵਿੱਚ ਬਦਲ ਗਿਆ ਜਦੋਂ ਗੁਰੂ ਸਾਹਿਬ ਨੇ ਇੱਥੇ ਨੀਂਹ ਰੱਖੀ ਇਸ ਥਾਂ 'ਤੇ ਕਰਤਾਰਪੁਰ ਦੀ। ਪਹਿਲਾਂ ਦਾ ਨਾਮ ਪੱਖੋਕੇ ਰੰਧਾਵਾ ਸੀ ਇਸ ਜਗ੍ਹਾ ਦਾ ਨਾਮ। ਲਓ ਜੀ, ਤੁਸੀਂ ਹੁਣ ਦਰਸ਼ਨ ਕਰ ਰਹੇ ਹੋ ਮੇਰੇ ਨਾਲ ਗੱਲਾਂ ਕਰਦੇ ਕਰਦੇ ਪਵਿੱਤਰ ਖੂਹ ਦੀਆਂ, ਜਿਹੜਾ ਕਿ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਸੰਭਾਲ ਕੇ ਰੱਖਿਆ ਹੋਇਆ, ਜਿਹਦੇ ਨਾਲ ਗੁਰੂ ਸਾਹਿਬ ਖੇਤੀ ਕਰਿਆ ਕਰਦੇ ਸੀ। ਥੋੜ੍ਹੀ ਜਿਹੀ ਦੇਰ 'ਚ ਚੱਲੂਗਾ ਵੀ, ਕਿਉਂਕਿ ਇਹ ਹੁਣ ਪਹਿਲਾਂ ਵਾਂਗ ਬਲਦਾਂ ਨਾਲ ਨਹੀਂ, ਹੁਣ ਇਹਦੇ ਵਿੱਚ ਮੋਟਰ ਫਿੱਟ ਕਰ ਦਿੱਤੀ ਗਈ ਹੈ ਅਤੇ ਉਹਦੇ ਨਾਲ ਇਹ ਹੁਣ ਚੱਲਦਾ ਏ। ਤੁਹਾਨੂੰ ਚੱਲਦਾ ਜ਼ਰੂਰ ਦਿਖਾਵਾਂਗੇ ਕਿਉਂਕਿ ਸੰਗਤਾਂ ਨੇ ਬੇਨਤੀ ਕੀਤੀ ਹੈ ਇੱਥੇ, ਜੋ ਇੱਥੋਂ ਦੀ ਪ੍ਰਬੰਧਕ ਕਮੇਟੀ ਹੈ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਉੱਥੇ ਖੜਾਇਆ ਹੋਇਆ ਉਹਨਾਂ ਨੂੰ ਚਲਾ ਕੇ ਦਿਖਾਉਣ ਦੇ ਲਈ। ਕਾਫੀ ਪੁਰਾਣਾ ਖੂਹ। ਲਓ ਜੀ, ਚੱਲ ਪਿਆ ਏ। ਆਪਣੀ ਖੂਹ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਹੋਰ ਗੁਰਦੁਆਰਾ ਪਰਿਕਰਮਾ ਦੇ ਵਿੱਚ ਚੱਲਦੇ ਸਮੇਂ। ਉਦਾਸੀਆਂ ਤੋਂ ਬਾਅਦ ਗੁਰੂ ਜੀ ਨੇ ਪੱਕੀ ਰਿਹਾਇਸ਼ ਇਸੇ ਥਾਂ 'ਤੇ ਰੱਖੀ ਸੀ ਅਤੇ ਬਾਅਦ ਵਿੱਚ ਇਸੇ ਪਵਿੱਤਰ ਥਾਂ ਨੂੰ ਆਬਾਦ ਕਰਕੇ ਇੱਥੇ ਧਰਮਸਾਲ ਬਣਵਾਈ। ਫਿਰ ਗੁਰੂ ਸਾਹਿਬ ਨੇ ਆਪਣਾ ਅੰਤਿਮ ਸਮਾਂ ਜਿਹੜਾ ਉਹ ਇੱਥੇ ਬਤੀਤ ਕੀਤਾ ਅਤੇ ਸੰਗਤਾਂ ਨਾਲ ਪ੍ਰਵਚਨ ਕਰਦਿਆਂ ਹੱਥੀਂ ਕਿਰਤ ਕਮਾਈ ਦੇ ਸੰਦੇਸ਼ ਜਿਹੜੇ ਦਿੱਤੇ। ਗੁਰੂ ਕਾ ਲੰਗਰ ਬਹੁਤ ਹੀ ਸਾਫ ਸੁਥਰੇ ਤਰੀਕੇ ਦੇ ਨਾਲ ਲੰਗਰ ਤਿਆਰ ਹੋ ਰਿਹਾ ਹੈ ਅਤੇ ਇੱਥੇ ਪਹਿਲਾਂ ਕਨਫਰਮੇਸ਼ਨ ਹੁੰਦੀ ਹੈ ਜਦੋਂ ਕਿ ਕਿੰਨੇ ਯਾਤਰੀ ਆ ਰਹੇ ਨੇ, ਉਹਨਾਂ ਦੇ ਹਿਸਾਬ ਨਾਲ ਇੱਥੇ ਇਹੋ ਇੰਤਜ਼ਾਮਾਤ ਜਿਹੜੇ ਕੀਤੇ ਜਾਂਦੇ ਨੇ, ਕਿਉਂਕਿ ਪਾਕਿਸਤਾਨ ਤੋਂ ਕਾਫੀ ਹਟਵਾਂ ਇਹ ਮੇਨ ਪਾਕਿਸਤਾਨ ਤੋਂ ਹਟਵਾਂ ਹੈ, ਇਸ ਲਈ ਉੱਥੇ ਇੰਤਜ਼ਾਮ ਉਹ ਜਿਹੇ ਕਰਨੇ ਪੈਂਦੇ ਨੇ। ਸੋ ਇਹ ਹੈਗੀ ਹੈ ਜੀ ਮੇਨ ਮਾਰਕੀਟ, ਜਿਹੜੀ ਗੁਰਦੁਆਰਾ ਸਾਹਿਬ ਦੇ ਇੱਕ ਸਾਈਡ 'ਤੇ ਸੁਸ਼ੋਭਿਤ ਕੀਤੀ ਗਈ ਹੈ। ਇਹਨੂੰ ਆਪਣੀ ਤਰ੍ਹਾਂ ਦੀ ਇੱਕ ਦਿੱਖ ਦਿੱਤੀ ਗਈ ਹੈ ਜਿੱਥੇ ਸਾਰਾ ਲਾਹੌਰੀ ਸਮਾਨ ਹੈ। ਮੁਲਤਾਨ, ਲਾਹੌਰ ਅਤੇ ਕਸੂਰ ਦਾ ਕੁਝ ਖਾਸ ਚੀਜ਼ਾਂ ਇੱਥੇ ਮਿਲਦੀਆਂ ਨੇ ਅਤੇ ਲੋਕ ਨਿਸ਼ਾਨੀ ਵਜੋਂ ਲੈ ਕੇ ਜਾਂਦੇ ਨੇ। ਸੋ ਮੁਮਤਾਜ਼ ਅਲੀ YouTube 'ਤੇ ਵੀਡੀਓ ਚੱਲ ਰਹੀ ਸਾਡੇ ਦੀ? ਹਾਂਜੀ, ਚੱਲ ਰਹੀ ਜੀ ਤੁਹਾਡੇ ਉੱਧਰ। ਅੱਛਾ, ਠੀਕ ਹੈ। ਕੀ ਹੈਗਾ ਇਹ? ਥੋੜ੍ਹਾ ਇਹ ਬਾਸਕਟ ਹੈਗੀ ਡਰਾਈ ਫਰੂਟ ਦੀ ਸਾਡੇ ਕੋਲ। ਡਰਾਈ ਫਰੂਟ ਬਾਸਕਟ? ਜੀ, ਇਹ ਸਾਰੇ ਯਾਤਰੀ ਸਾਰਿਆਂ ਦਾ ਸਮਾਨ ਪਸੰਦ ਕਰਦੇ, ਲੈ ਕੇ ਜਾਂਦੇ ਸਾਡੇ। ਜੀ, ਫੋਲਡ ਵੀ ਹੋ ਜਾਂਦੀ ਹੈ? ਹਾਂਜੀ, ਇਹ fold ਕਰਕੇ ਦਿਖਾਇਆ ਜਰਾ। ਵੇਖੋ, ਠੀਕ ਹੈ। ਕੀ ਰੇਟ ਹੈ ਜੀ ਇਹਦਾ? ਇਹ ਜੀ ਰੇਟ ਸਾਡਾ ਪਾਕਿਸਤਾਨੀ 1200 ਰੁਪਏ ਦੀ ਹੈ। ਅੱਛਾ ਜੀ, ਅਤੇ ਇੰਡੀਅਨ? ਇੰਡੀਅਨ 600। ਇੰਡੀਅਨ 600 ਰੁਪਏ। ਜੀ। ਹੋਰ ਕਿਹੜੇ ਡਿਜ਼ਾਈਨ ਇਹਦੇ 'ਚ? ਹੋਰ ਇੱਕ ਇਹ ਡਿਜ਼ਾਈਨ ਜੀ, ਇਸ ਤੋਂ ਬਾਅਦ ਇਹ 4 ਖਾਨੇ ਵਾਲਾ ਦਿਲ ਵਾਲਾ ਡਿਜ਼ਾਈਨ। ਇਸ ਤੋਂ ਇਲਾਵਾ ਇਹ ਵੇਖੋ ਇੱਕ ਇਹ ਡਿਜ਼ਾਈਨ ਹੈਗਾ ਇਹ ਜ਼ਿਆਦਾ ਕਲਾਸਿਕ ਹੈ ਜੀ। ਥੋੜ੍ਹੀ ਬਹੁਤ ਖਰੀਦੋ ਫਰੋਖਤ ਤੋਂ ਬਾਅਦ ਨਿਸ਼ਾਨੀ ਵਜੋਂ ਇੱਕ ਯਾਦਗਾਰ ਦੇ ਤੌਰ 'ਤੇ, ਉਸ ਤੋਂ ਬਾਅਦ ਪਰਿਕਰਮਾ ਕਰਦਿਆਂ ਦਰਸ਼ਨੀ ਡਿਊਟੀ ਵੱਲ ਦੁਬਾਰਾ ਜਾਵਾਂਗੇ। ਗੁਰਦੁਆਰਾ ਸਾਹਿਬ ਬਹੁਤ ਹੀ ਵਧੀਆ ਬਣਿਆ ਹੋਇਆ, ਦੀ ਮੇਨਟੇਨੈਂਸ ਵੀ ਬਹੁਤ ਵਧੀਆ ਚੱਲ ਰਹੀ ਹੈ ਔਰ ਇੱਥੇ ਜੋ ਨਿਰਮਾਣ ਸੇਵਾ ਚੱਲ ਰਹੀ ਹੈ ਨਾਲ ਉਹ ਵੀ ਬਹੁਤ ਵਧੀਆ ਹੈ। ਕਾਫੀ ਸੰਭਾਲ ਨਾਲ ਹੀ ਚਲਾਇਆ ਜਾ ਰਿਹਾ ਔਰ ਸਫਾਈ ਇੱਥੇ ਜਿੰਨੀ ਬਹੁਤ ਜ਼ਿਆਦਾ ਹੈ ਪੰਜਾਬ ਦੇ ਬਹੁਤ ਘੱਟ ਗੁਰਦੁਆਰਾ ਸਾਹਿਬ ਦੇ ਵਿੱਚ ਹੈ। ਹਾਲਾਂਕਿ ਇੱਡੀ ਗੱਲ ਨਹੀਂ ਹੈ, ਸਾਰੇ ਗੁਰਦੁਆਰੇ ਵਧੀਆ ਨੇ, ਪਰ ਇੱਥੇ ਕੁਛ ਜ਼ਿਆਦਾ ਹੀ ਸਫਾਈ ਔਰ ਜਾਣ ਨੂੰ ਤਾਂ ਬਿਲਕੁਲ ਦਿਲ ਨਹੀਂ ਕਰਦਾ।
ਤੁਹਾਨੂੰ ਲੱਗਦਾ ਹੀ ਨਹੀਂ ਕਿ ਤੁਸੀਂ ਇੱਕ ਪਲ ਲਈ ਤਾਂ ਤੁਹਾਨੂੰ ਮਹਿਸੂਸ ਹੁੰਦਾ ਹੀ ਹੈ ਕਿ ਤੁਸੀਂ ਇੱਕ ਬੇਗਾਨੀ ਥਾਂ 'ਤੇ ਹੋ, ਕਿਉਂਕਿ ਥੋੜ੍ਹੀ ਜਿਹੀ ਦੇਰ ਬਾਅਦ ਅਨਾਊਂਸਮੈਂਟ ਵੀ ਹੁੰਦੀ ਹੈ ਕਿ ਭਾਰਤੀ ਸਮੇਂ ਦੌਰਾਨ ਅਨੁਸਾਰ ਤੁਸੀਂ ਕਿੰਨੇ ਵਜੇ ਤੱਕ ਇੱਥੇ ਰਹਿ ਸਕਦੇ ਹੋ। ਲਗਭਗ 9 ਤੋਂ 4 ਦਾ ਟਾਈਮ ਹੈ ਭਾਰਤੀ ਲੋਕਾਂ ਲਈ ਔਰ ਪਾਕਿਸਤਾਨ ਦੇ ਲਈ 9 ਤੋਂ 3 ਦਾ। ਆਪਾਂ ਤੁਹਾਨੂੰ ਦੁਬਾਰਾ ਥੋੜ੍ਹਾ ਜਿਹਾ ਓਵਰਵਿਊ ਕਰਵਾ ਰਹੇ ਹਾਂ ਨਾਲ ਨਾਲ ਦਰਸ਼ਨੀ ਡਿਊਟੀ ਤੋਂ ਹੀ। ਹੁਣ ਅਸੀਂ ਐਗਜ਼ਿਟ ਵੱਲ ਜਾਂਦੇ ਹੋਏ ਬੱਸ ਤਿਆਰ ਹੈ। ਥੋੜ੍ਹੇ 5-5 10-10 ਮਿੰਟ ਬਾਅਦ ਬੱਸਾਂ ਜਾਂਦੀਆਂ ਨੇ। ਕਈ ਸ਼ਰਧਾਲੂ ਲੰਬਾ ਟਾਈਮ ਤੱਕ ਬੈਠਦੇ ਆ, ਜਿਨ੍ਹਾਂ ਦੇ ਕਈ ਉੱਧਰੋਂ ਪਾਕਿਸਤਾਨ ਬੋਰਨ ਨੇ ਭਾਰਤੀ, ਉਹ ਫਿਰ ਪੁਰਾਣੇ ਆਪਣੇ ਰਿਸ਼ਤੇਦਾਰਾਂ ਸਾਕ ਸੰਬੰਧੀਆਂ ਨੂੰ ਮਿਲਦੇ ਨੇ ਤਾਂ ਗੱਲਾਂ 'ਚ ਵਕਤ ਬੀਤ ਜਾਂਦਾ, ਪਤਾ ਹੀ ਨਹੀਂ ਲੱਗਦਾ। ਖੇਤ ਜ਼ਰੂਰ ਸੰਭਾਲ ਕੇ ਰੱਖੇ, ਜੇ ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾਇਆ ਇੱਧਰ ਖੇਤ ਨੇ ਗੁਰੂ ਸਾਹਿਬ ਦੇ, ਜਿੱਥੇ ਉਹ ਖੇਤੀ ਕਰਿਆ ਕਰਦੇ ਸੀ। ਲਓ ਜੀ, ਆਪਾਂ ਲੈਂਦਿਆਂ ਵਿਦਾਇਗੀ ਬੱਸ 'ਚ ਬਹਿ ਗਏ ਹਾਂ ਅਤੇ ਹੁਣ ਮੈਂ ਤੁਹਾਨੂੰ ਪ੍ਰੋਮਿਸ ਕੀਤਾ ਸੀ ਨਾ ਕਿ ਰਾਵੀ ਦਰਿਆ ਵੀ ਦਿਖਾਵਾਂਗੇ, ਉਹ ਹੁਣ ਆਪਾਂ ਦੇਖਣਾ ਹੈ। ਬਸ ਥੋੜ੍ਹੀ ਦੇਰ 'ਚ ਆਉਣ ਹੀ ਵਾਲਾ ਰਾਵੀ ਦਰਿਆ, ਬਿਲਕੁਲ ਕੰਢੇ 'ਤੇ ਹੀ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਦਿਖਾਉਂਦੇ ਹਾਂ ਤੁਹਾਨੂੰ ਰਾਵੀ ਦਰਿਆ ਅਤੇ ਨਾਲ ਥੋੜ੍ਹੀਆਂ ਜਿਹੀਆਂ ਕਰਦੇ ਆ ਰਾਵੀ ਦਰਿਆ ਬਾਰੇ। ਹਾਂਜੀ, ਰਾਵੀ ਦਰਿਆ ਕ੍ਰੋਸ ਕਰਦੇ ਹੋਏ ਆਪਾਂ, ਜਿਹਦਾ ਪਹਿਲਾ ਨਾਮ ਵੈਦਿਕ ਕਾਲ 'ਚ ਪਾਰੂਸ਼ੀ ਨਦੀ ਸੀ ਅਤੇ ਸੰਸਕ੍ਰਿਤ 'ਚ ਇਹਨੂੰ ਈਰਾਵਤੀ ਨਦੀ ਵੀ ਕਹਿੰਦੇ ਸੀ। ਦਰਸ਼ਨ ਕਰੋ ਜੀ ਇਹਦੇ ਰਾਵੀ ਦਰਿਆ ਦੇ। ਰਾਵੀ ਦਰਿਆ ਦਾ ਉਦਗਮ ਜਿਹੜਾ ਹੈ ਉਹ ਹਿਮਾਲਿਆ ਦੇ ਰੋਹਤਾਂਗ ਦਰੇ 'ਚੋਂ ਹੋਇਆ ਅਤੇ ਕੁੱਲ ਲੰਬਾਈ ਇਹਦੀ ਵੀ ਤਕਰੀਬਨ 725 ਕਿਲੋਮੀਟਰ ਹੈ। ਪਰ ਸਭ ਤੋਂ ਲੰਬਾ ਜਿਹੜਾ ਦਰਿਆ ਹੈ ਉਹ ਤਕਰੀਬਨ ਸਤਲੁਜ ਹੀ ਹੈ, ਕਿਉਂਕਿ ਅੰਤ 'ਚ ਇਹ ਦੋਵੇਂ ਨਦੀਆਂ ਜਿਹੜੀਆਂ ਨੇ ਇੱਧਰ ਉੱਧਰ ਘੁੰਮਦੀਆਂ ਸਤਲੁਜ ਕੋਲ ਪਹੁੰਚ ਹੀ ਜਾਂਦੀਆਂ ਨੇ। ਪਰ ਰਾਵੀ ਜਿਹੜੀ ਆ ਉਹ ਬਾਅਦ ਵਿੱਚੋਂ ਅੰਮ੍ਰਿਤਸਰ ਅਤੇ ਗੁਰਦਾਸਪੁਰ ਨੂੰ ਵੱਖ ਕਰਦੀ ਹੋਈ, ਉਹਦੀ ਸੀਮਾ ਬਣਾਉਂਦੀ ਹੋਈ ਲਾਹੌਰ 'ਚ ਜਾਂਦੀ ਹੈ ਅਤੇ 2 ਦੇਸ਼ਾਂ ਨੂੰ ਆਪਣਾ ਪਾਣੀ ਪਹੁੰਚਾਉਂਦੀ ਹੈ, ਜੰਮੂ ਕਸ਼ਮੀਰ, ਹਿਮਾਚਲ ਅਤੇ ਬਾਅਦ ਵਿੱਚ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਆ ਜਾਂਦਾ ਇਹ ਪਾਣੀ। ਅਤੇ ਹੁਣ ਅਸੀਂ ਆਪਣੀ ਵਿਦਾਇਗੀ ਵੱਲ ਜਾਂਦੇ ਜਾਂਦੇ ਕਰਤਾਰਪੁਰ ਸਾਹਿਬ ਦੀਆਂ 1-2 ਗੱਲਾਂ, ਕਿਉਂਕਿ ਗੁਰੂ ਸਾਹਿਬ ਨੇ ਆਪਣਾ ਅੰਤਿਮ ਸਮਾਂ ਜਿਹੜਾ ਇੱਥੇ ਹੀ ਬਤੀਤ ਕੀਤਾ ਸੀ। 1521 ਈਸਵੀ ਦੇ ਵਿੱਚ ਉਹ ਆ ਗਏ ਸੀ ਇੱਥੇ ਅਤੇ 1539 ਈਸਵੀ ਤੱਕ ਲਗਭਗ ਉਹ ਇੱਥੇ ਹੀ ਰਹੇ ਨੇ। ਆਪਣੇ ਜੀਵਨ ਦਾ ਅੰਤਿਮ ਸਮਾਂ ਪਰਿਵਾਰ ਸਮੇਤ ਇੱਥੇ ਬਤੀਤ ਕੀਤਾ ਉਹਨਾਂ ਨੇ ਅਤੇ ਗੁਰੂ ਅੰਗਦ ਦੇਵ ਜੀ ਨੂੰ ਇੱਥੇ ਹੀ ਉਹਨਾਂ ਨੇ ਗੱਦੀ ਬਖਸ਼ਿਸ਼ ਕੀਤੀ ਸੀ। ਸੋ ਇਤਿਹਾਸਕ ਸਥਾਨ ਦੇ ਦਰਸ਼ਨ ਸੰਪੂਰਨ ਹੋਏ ਸਾਡੇ। ਹੌਲੀ ਹੌਲੀ ਆਪਾਂ ਵਧ ਰਹੇ ਹਾਂ ਦੁਬਾਰਾ ਪਾਕਿਸਤਾਨ ਇਮੀਗ੍ਰੇਸ਼ਨ ਟਰਮੀਨਲ ਵੱਲ। ਥੋੜ੍ਹੀ ਦੂਰੀ 'ਤੇ ਪਹੁੰਚ ਹੀ ਗਏ ਹਾਂ ਤਕਰੀਬਨ। ਬਸ ਇੱਥੇ ਫਿਰ ਉਹੀ ਜੋ ਤੁਸੀਂ ਟਿਕਟ ਲਈ ਸੀ ਸੁਬਾਹ $20 ਦੀ, ਉਹ ਇੱਥੇ ਜਮ੍ਹਾਂ ਕਰਵਾ ਦੇਣੀ ਆ ਅਤੇ ਜੋ ਤੁਹਾਡੇ ਲਈ ਯਾਤਰੀ ਕਾਰਡ ਤੁਹਾਡੇ ਗਲ ਵਿੱਚ ਪਾਉਣ ਦੇ ਲਈ ਦਿੱਤੇ ਜਾਂਦੇ ਆ ਹਰ ਯਾਤਰੀ ਨੂੰ, ਤਾਂ ਕਿ ਉਹਨਾਂ ਦੀ ਆਈਡੈਂਟੀਫਿਕੇਸ਼ਨ ਰਹੇ, ਉਹ ਇੱਥੇ ਲੈ ਲਏ ਜਾਣੇ ਨੇ ਤੁਹਾਡੇ ਤੋਂ। ਸੋ ਬਹੁਤ ਹੀ ਵਧੀਆ ਇਹ ਅੱਜ ਦੀ ਜਿਹੜੀ ਯਾਤਰਾ ਰਹੀ। ਗੁਰੂ ਸਾਹਿਬ ਦੀ ਕਿਰਪਾ, ਅਸੀਂ ਇਸ ਧਰਤੀ ਨੂੰ ਦੇਖ ਆਏ ਹਾਂ। ਸੋ ਅੱਗੋਂ ਕੋਸ਼ਿਸ਼ ਕਰਾਂਗੇ ਕਿ ਨਨਕਾਣੇ ਜਾਣ ਦੇ ਲਈ, ਕਿਉਂਕਿ ਉੱਥੇ 1 ਦਿਨ ਦਾ ਜਾਣਾ ਅਲਾਉਡ ਨਹੀਂ ਆ ਅਤੇ ਨਾ ਹੀ 1 ਦਿਨ 'ਚ ਪੂਰਾ, ਕਹਿੰਦੇ ਨੇ ਨਾ ਜਿੱਦਾਂ ਹੀ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ। ਉਹ ਲਾਹੌਰ ਦੇਖਣ ਵਾਸਤੇ 1 ਦਿਨ ਤਾਂ ਬਿਲਕੁਲ ਹੀ ਘੱਟ ਹੈ। ਸੋ ਕਦੇ ਵਕਤ ਇਜਾਜ਼ਤ ਦੇਵੇ ਤਾਂ ਅਸੀਂ ਜ਼ਰੂਰ ਜਾਵਾਂਗੇ। ਕੁਝ ਯਾਦਾਂ, ਕੁਝ ਕੀਮਤੀ ਚੀਜ਼ਾਂ ਅਤੇ ਕੁਛ ਵਧੀਆ ਮੀਨਾਕਾਰੀ ਉੱਥੋਂ ਦੀ ਉਹ ਆਪਣੇ ਨਾਲ ਯਾਦ ਵਜੋਂ ਲੈ ਆਈ ਹਾਂ। ਅਤੇ ਇਹ ਹੈ ਜੀ ਬਾਰਡਰ ਦੀ ਤਸਵੀਰ। ਸਿਰਫ ਇੱਕ ਗੇਟ ਦੇ ਨਾਲ ਹੀ ਆਪਾਂ ਅਲੱਗ ਹੋ ਜਾਂਦੇ ਹਾਂ। ਇਹ ਬਾਰਡਰ ਦੀ ਉਹ ਤਸਵੀਰ, ਦੂਸਰੇ ਪਾਸੇ ਉਹ ਲੋਕ ਖੜ੍ਹੇ ਨੇ ਸ਼ਰਧਾਲੂਆਂ ਨੂੰ ਲਿਜਾਣ ਲਈ, ਇੱਧਰ ਵਾਪਿਸ ਛੱਡ ਕੇ ਜਾਣ ਲਈ। ਸੋ ਮਿਲਾਂਗੇ ਜੀ ਅਗਲੇ ਬਲੌਗ 'ਚ, ਕਿਤੇ ਅਗਲੀ ਯਾਤਰਾ 'ਚ। ਇਹ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਆਪਣੇ ਟਰੈਵਲ ਲੌਗ ਨੂੰ, ਜੋ ਮੈਂ ਲੁਧਿਆਣਾ ਤੋਂ ਕਰਤਾਰਪੁਰ ਸਾਹਿਬ ਤੱਕ ਕੀਤਾ। ਅਤੇ ਉਮੀਦ ਕਰਦੀ ਹਾਂ ਕਿ ਤੁਹਾਡੇ ਸਾਰੇ ਸਵਾਲਾਂ ਦੇ ਕੁਝ ਕੁ ਜਵਾਬ ਜਿਹੜੇ ਆ ਉਹ ਸਹੀ ਦਿੱਤੇ ਹੋਣਗੇ, ਮੈਂ ਤੁਹਾਡੀ ਮਦਦ ਕਰ ਪਾਵਾਂ ਇਸ ਨਾਲ। ਸੋ ਇਜਾਜ਼ਤ ਚਾਹਾਂਗੀ। ਸਤਿ ਸ਼੍ਰੀ ਅਕਾਲ ਜੀ।